ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਨਿਊਜ਼ ਏਸ਼ੀਆ ਪੰਜਾਬੀ ਤੇ ਮੇਰਾ ਨਾਮ ਹੈ ਕੁਲਵੰਤ ਸਿੰਘ। ਸਾਡੀ ਹਰ ਵਾਰ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਜਨਤਾ ਦੇ ਸਾਹਮਣੇ, ਦਰਸ਼ਕਾਂ ਦੇ ਸਾਹਮਣੇ ਕੁਝ ਅਜਿਹਾ ਲੈ ਕੇ ਆਈਏ ਜਿਹਦੇ ਨਾਲ ਬਿਨਾਂ ਡਾਕਟਰਾਂ ਕੋਲੋਂ ਜਾਏ ਤੇ ਬਿਨਾਂ ਦਵਾਈਆਂ ਖਾਧੇ ਸਰੀਰ ਨੂੰ ਠੀਕ ਕੀਤਾ ਜਾ ਸਕਦਾ ਹੋਵੇ। ਇਸ ਸੰਬੰਧ ਵਿੱਚ ਅਸੀਂ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੀਆਂ ਤੁਹਾਨੂੰ ਕਈ ਇੰਟਰਵਿਊਜ਼ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ। ਇਸ ਸੰਬੰਧ ਵਿੱਚ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੀ ਤੁਹਾਡੀ ਇੰਟਰਵਿਊ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ ਅਸੀਂ ਪਿਛਲੇ ਦਿਨੀ। ਅਤੇ ਅੱਜ ਜਿਹੜੇ ਮਹਿਮਾਨ ਹੋਣਗੇ ਸਾਡੇ, ਉਹ ਵੀ ਇਸੇ ਤਰ੍ਹਾਂ ਹੋਣਗੇ ਕਿ ਦਵਾਈਆਂ ਤੋਂ ਬਿਨਾਂ ਅਸੀਂ ਆਪਣੇ ਸਰੀਰ ਨੂੰ ਕਿਸ ਤਰ੍ਹਾਂ ਠੀਕ ਕਰ ਸਕਦੇ ਹਾਂ। ਨਾਮ ਹੈ ਬਲਬੀਰ ਸਿੰਘ ਚਿੰਦੀ। ਸੋਧਕਰਤਾ ਨੇ, ਕਿਸਾਨ ਪਿਛੋਕੜ ਦੇ ਨਾਲ ਸੰਬੰਧ ਰੱਖਦੇ ਨੇ। ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਵਿਧੀ ਨਾਲ ਇਹ ਇਲਾਜ ਕਰ ਰਹੇ ਨੇ ਆਮ ਲੋਕਾਂ ਦਾ, ਕਿ ਉਹ ਵਿਧੀ ਬਿਲਕੁਲ ਕਾਰਗਰ ਹੈ। ਦਵਾਈਆਂ ਤੋਂ ਬਿਨਾਂ ਉਹਦੇ ਨਾਲ ਇਨਸਾਨ ਦਾ ਇਲਾਜ ਕੀਤਾ ਜਾ ਸਕਦਾ ਹੈ, ਅਤੇ ਜੇ ਇਲਾਜ ਕੀਤਾ ਜਾ ਸਕਦਾ ਹੈ ਤਾਂ ਫਿਰ ਐਲੋਪੈਥੀ ਅਤੇ ਇਹਨਾਂ ਦੇ ਵਿੱਚ ਕਿੰਨੀ ਕੁ ਦੇਰ ਦਾ ਫਰਕ। ਐਲੋਪੈਥੀ ਦੇ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਐਲੋਪੈਥੀ ਦਾ ਜਿਹੜਾ ਐਮਰਜੈਂਸੀ ਉਹ ਤੁਰੰਤ ਇਲਾਜ ਕਰ ਦਿੰਦੀ ਹੈ। ਕਿ ਇਹਨਾਂ ਵੱਲੋਂ ਜਿਹੜੀ ਵਿਧੀ ਦੇ ਨਾਲ ਇਲਾਜ ਕੀਤਾ ਜਾ ਰਿਹਾ, ਉਸ ਵਿਧੀ ਨਾਲ ਵੀ ਜੇਕਰ ਕੋਈ ਹੰਗਾਮੀ ਹਾਲਾਤ ਦੇ ਵਿੱਚ, ਐਮਰਜੈਂਸੀ ਹਾਲਾਤ ਦੇ ਵਿੱਚ ਇਹਨਾਂ ਕੋਲ ਮਰੀਜ਼ ਆਉਂਦਾ ਕਿ ਉਸ ਨੂੰ ਤੁਰੰਤ ਰਾਹਤ ਦਿੱਤੀ ਜਾ ਸਕਦੀ ਹੈ। ਬਲਬੀਰ ਸਿੰਘ ਚਿੰਦੀ ਜੀ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। मैं बलबीर सिंह चंदी, एक्यूप्रेशर शोध प्रशिक्षण एवं उपचार संस्थान इलाहाबाद। इस पैथी के द्वारा हर एक बीमारी का इलाज है जोड़ा वो किया जा सकता है अते बिना किसी साइड इफेक्ट तो, क्योंकि असी कोई दवाई इंजैक्ट नहीं करते, इस करके ਇਹਦਾ कोई साइड इफेक्ट भी नहीं है। बिल्कुल इनू प्योर नेचुरल आप कह सकते हैं। मैक्रो मैगनेट्स द्वारा निक्के निक्के मैगनेट ला के हत्थां ਦੀਆਂ ਉਂਗਲੀਆਂ ਦੇ ਉੱਤੇ ਇਹਨਾਂ ਦਾ ਇਲਾਜ ਕੀਤਾ ਜਾਂਦਾ ਹੈ। ਮਰਮ ਦਾ ਅਬ ਯੋਗ ਚਿਕਿਤਸਾ ਦੇ ਨਾਂ ਨਾਲ ਇਹਨੂੰ ਪੁਕਾਰਿਆ ਜਾਂਦਾ ਹੈ ਅਤੇ ਇਸ ਦੇ ਵਿੱਚ ਹਰ ਇੱਕ ਬਿਮਾਰੀ, ਭਾਵੇਂ ਉਹ ਕੋਈ ਵੀ ਹੋਵੇ, ਇਸਤਰੀਆਂ ਦੀਆਂ ਬਿਮਾਰੀਆਂ, PCOD, PCOS, ਖੂਨ ਦੀ ਕਮੀ, ਸ਼ੂਗਰ, ਇਹਨਾਂ ਸਾਰੇ ਰੋਗਾਂ ਦਾ ਇਲਾਜ ਸਫਲਤਾਪੂਰਵਕ ਕੀਤਾ ਜਾਂਦਾ ਹੈ। ਯੂਰਿਕ ਐਸਿਡ ਦਾ ਵਧਣਾ, ESR ਦਾ ਵਧਣਾ, ਇਹਨਾਂ ਸਾਰਿਆਂ ਦਾ ਇਲਾਜ ਹੱਥਾਂ ਪੈਰਾਂ ਦੇ ਉੱਤੇ ਸਿਰਫ ਛੋਟੇ ਛੋਟੇ ਮੈਗਨੇਟ ਲਾ ਕੇ ਹੀ ਕੀਤਾ ਜਾ ਸਕਦਾ ਹੈ ਅਤੇ ਸਾਈਡ ਇਫੈਕਟ ਤੋਂ ਬਚਿਆ ਜਾ ਸਕਦਾ। ਮੈਂ ਆਉਣਾ ਜੀ ਤੁਹਾਡੇ ਕੰਨੀ ਇਲਾਜ ਵਾਲੇ ਪਾਸੇ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ, ਤੁਸੀਂ ਆਪਾਂ ਹੁਣ ਗੱਲਬਾਤ ਕਰ ਰਹੇ ਸੀ, ਤੁਸੀਂ ਮੈਨੂੰ ਇਹ ਦੱਸਿਆ ਸੀਗਾ ਕਿ ਤੁਸੀਂ ਕਿਸਾਨ ਪਿਛੋਕੜ ਦੇ ਨਾਲੋਂ ਹਾਂਜੀ BA ਤੁਸੀਂ ਕੀਤੀ, ਕਿਸਾਨੀ ਕੀਤੀ, ਅਤੇ ਫਿਰ ਇਹ ਕਿੱਧਰ ਨੂੰ ਤੁਰ ਪਏ? ਅਸਲ ਦੇ ਵਿੱਚ ਮੇਰੇ ਨੱਕ ਦੀ ਹੱਡੀ ਵੀ 1976 'ਚ ਮੈਂ ਜਦੋਂ ਮੇਰੀ ਮੈਰਿਜ ਹੋਈ ਹੈ ਤਾਂ ਉਦੋਂ ਮੇਰੀ ਇੱਕ ਫੋਟੋ ਦੇ ਵਿੱਚ ਬਿਲਕੁਲ ਟੇਢੀ ਹੱਡੀ ਸੀਗੀ। ਜਦੋਂ ਮੈਂ 2006-2007 ਦੇ ਵਿੱਚ, 2006 ਦਾ ਅਖੀਰ ਤੇ 2007 ਦਾ ਸ਼ੁਰੂ ਦੇ ਵਿੱਚ ਇਲਾਹਾਬਾਦ ਗਿਆ, ਉੱਥੋਂ ਮੈਂ ਇਸ ਸੰਸਥਾਨ ਦੇ ਵਿੱਚੋਂ ਕੋਰਸ ਵੀ ਕੀਤਾ ਅਤੇ ਇਹਦਾ ਟ੍ਰੀਟਮੈਂਟ ਵੀ ਲਿਆ। 1 ਸਾਲ ਦੇ ਵਿੱਚ ਮੇਰੇ ਰੀੜ੍ਹ ਦੀ ਜਿਹੜੀ ਹੱਡੀ, ਮਤਲਬ ਨੱਕ ਦੀ ਜਿਹੜੀ ਹੱਡੀ ਹੈ, ਉਹ ਬਿਲਕੁਲ ਠੀਕ ਹੋ ਗਈ। ਅੱਜ ਤੁਸੀਂ ਮੇਰੇ ਨੱਕ ਦੀ ਹੱਡੀ ਹੈ ਜਿਹੜੀ, ਉਹ ਬਿਲਕੁਲ ਦੇਖ ਸਕਦੇ ਹੋ, ਇਹ ਬਿਲਕੁਲ ਠੀਕ ਹੈ। ਅਤੇ ਮੈਨੂੰ ਪਹਿਲਾਂ ਛਿੱਕਾਂ ਬਹੁਤ ਹੁੰਦੀਆਂ ਸੀਗੀਆਂ, ਨਜ਼ਲਾ ਹਰ ਵਕਤ ਡਿੱਗਦਾ ਰਹਿੰਦਾ ਸੀਗਾ, ਉਹ ਬਿਲਕੁਲ ਇਹਦੇ ਨਾਲ ਠੀਕ ਹੋਇਆ। ਹੁਣ ਤੁਸੀਂ ਇਹ ਦੱਸਿਆ ਕਿ ਤੁਸੀਂ ਪਹਿਲਾਂ ਮਰੀਜ਼ ਸੀਗੇ ਅਤੇ ਤੁਸੀਂ ਮਰੀਜ਼, ਜਦੋਂ ਤੁਸੀਂ ਆਪਣੀ ਬਿਮਾਰੀ ਤੋਂ ਤੰਗ ਆ ਕੇ ਦਵਾਈਆਂ ਵੀ ਖਾਧੀਆਂ ਹੋਣੀਆਂ, ਹੋਰ ਬਹੁਤ ਇਲਾਜ ਕਰਾਏ ਹੋਣੇ, ਪਰ ਤੁਸੀਂ ਜਦੋਂ ਚਾਰੇ ਪਾਸੋਂ ਨਿਰਾਸ਼ ਹੋ ਗਏ ਤਾਂ ਫਿਰ ਤੁਸੀਂ ਗਏ ਆਕੂਪ੍ਰੈਸ਼ਰ ਵਾਲੇ ਪਾਸੇ। ਆਕੂਪ੍ਰੈਸ਼ਰ 'ਚੋਂ ਤੁਹਾਨੂੰ ਆਰਾਮ ਆਇਆ, ਤੁਸੀਂ ਆਪਣੇ ਨੱਕ ਦੀ ਹੱਡੀ ਵੀ ਠੀਕ ਕੀਤੀ, ਛਿੱਕਾਂ, ਨਜ਼ਲਾ, ਜ਼ੁਕਾਮ ਵੀ ਤੁਹਾਡਾ ਠੀਕ ਹੋ ਗਿਆ, ਅਤੇ ਫਿਰ ਤੁਹਾਨੂੰ ਇਸ ਦੇ ਵਿੱਚ ਵਿਸ਼ਵਾਸ ਪੈਦਾ ਹੋ ਗਿਆ। ਫਿਰ ਇਹਦੇ ਵਿੱਚ ਤੁਸੀਂ ਅੱਗੇ ਇਲਾਜ ਦੇ ਲਈ ਤੁਸੀਂ ਆਪ ਸ਼ੋਧਕਰਤਾ ਬਣ ਗਏ। ਫਿਰ ਮੈਂ ਇਸ ਦੇ ਜਿੰਨੇ ਉੱਥੇ ਕੋਰਸ ਨੇ, ਇਲਾਹਾਬਾਦ ਸੰਸਥਾਨ ਹੈ ਜਿਹੜਾ ਐਕੂਪ੍ਰੈਸ਼ਰ ਦਾ ਮੈਡੀਕਲ ਕਾਲਜ ਹੈ, ਉੱਥੇ ਹਰ ਤਰ੍ਹਾਂ ਦੇ ਕੋਰਸ ਕਰਾਏ ਜਾਂਦੇ ਨੇ ਅਤੇ ਉਹ ਕੋਰਸ ਕਰਕੇ ਕੋਈ ਵੀ ਆਪਣੇ ਆਪ ਨੂੰ ਨਿਪੁੰਨ ਰੱਖਦਿਆਂ ਹੋਇਆਂ ਆਪਣੇ ਪਰਿਵਾਰ ਦੀ ਜਾਂ ਸਮਾਜ ਦੀ ਸੇਵਾ ਕਰ ਸਕਦਾ ਹੈ। ਅਤੇ ਕੋਰਸ ਵੀ ਕੋਈ ਬਹੁਤੇ ਮਹਿੰਗੇ ਨਹੀਂ ਹਨ, ਬਿਲਕੁਲ ਨੋਰਮਲ ਰੇਟ ਦੇ ਉੱਤੇ ਕਰਾਏ ਜਾਂਦੇ ਨੇ ਅਤੇ ਉਹਦੇ ਨਾਲ ਸਾਰਾ ਜਿਹੜੀ ਮੈਡੀਕਲ ਲਾਈਨ ਦੀ ਜਿੱਦਾਂ ਦੀ ਪੜ੍ਹਾਈ ਹੁੰਦੀ ਹੈ ਉੱਦਾਂ ਦੀ ਪੜ੍ਹਾਈ ਕਰਾਈ ਜਾਂਦੀ ਹੈ ਅਤੇ ਉਹਦੇ ਨਾਲ ਅਸੀਂ ਜਿਹੜਾ ਬਿਮਾਰੀਆਂ ਤੋਂ ਆਪਣੇ ਆਪ ਨੂੰ ਨਿਜਾਤ ਪਾ ਲੈਂਦੇ ਹਾਂ। ਅੱਛਾ ਚਿੰਦੀ ਸਾਹਿਬ, ਇਹ ਦੱਸੋ ਕਿ ਅਸਲ ਦੇ ਵਿੱਚ ਆਕੂਪ੍ਰੈਸ਼ਰ ਹੈ ਕੀ ਹੈ? ਆਮ ਜਨਤਾ ਨੂੰ ਜ਼ਿਆਦਾ ਇਹਦੇ ਬਾਰੇ ਨੌਲੇਜ ਨਹੀਂ ਹੈਗੀ। ਆਕੂਪ੍ਰੈਸ਼ਰ ਦਾ ਮਤਲਬ ਹੈ ਕਿ ਜਿਹੜਾ ਉਹੀ ਨਸਾਂ ਜੀਆਂ ਦੱਬੀ ਜਾਓ, ਪੁਆਇੰਟ ਜੇ ਦੱਬੀ ਜਾਓ। ਜ਼ਿਆਦਾਤਰ ਲੋਕਾਂ ਨੂੰ ਇਹਦੇ 'ਤੇ ਵਿਸ਼ਵਾਸ ਨਹੀਂ ਹੁੰਦਾ, ਪਰ ਬਹੁਤ ਸਾਰੇ ਲੋਕਾਂ ਨੂੰ ਇਹਦੇ 'ਤੇ ਮੈਂ ਸੁਣਿਆ ਹੈ ਕਿ ਇਹ ਦੱਬੇ ਦੇ ਨਾਲ ਬਹੁਤ ਆਰਾਮ ਵੀ ਮਿਲਦਾ। ਅਸਲ 'ਚ ਆਕੂਪ੍ਰੈਸ਼ਰ ਹੈ ਕੀ ਹੈ?
ਅਸਲ 'ਚ ਐਕੂਪ੍ਰੈਸ਼ਰ ਹੈ ਇਹ ਸਾਡੇ ਸਰੀਰ ਦੇ ਵਿੱਚ ਆਨੰਦ ਪੁਆਇੰਟ ਨੇ। ਜਦੋਂ ਤੋਂ ਮਨੁੱਖ ਹੋਣ 'ਚ ਆਇਆ ਉਦੋਂ ਤੋਂ ਲੈ ਕੇ ਹੀ ਉਹ ਉਹਨਾਂ ਦੇ ਉੱਤੇ ਖੋਜ ਕਰਦਾ ਚਲਿਆ ਹੈ। ਖੋਜਕਰਤਾਵਾਂ ਨੇ ਭਾਰਤ ਦੇ ਵਿੱਚ ਇਹਦੇ ਉੱਤੇ ਮਰਮ ਚਿਕਿਤਸਾ ਦੇ ਰਾਹੀਂ ਇਹਨੂੰ ਪ੍ਰਮੋਟ ਕੀਤਾ ਅਤੇ ਉਹ ਉਸ ਤੋਂ ਅੱਗੇ ਵੱਧਦੀ ਹੋਈ ਸਾਰੇ ਸੰਸਾਰ ਦੇ ਵਿੱਚ ਵੀ ਗਈ। ਸੰਸਾਰ ਦੇ ਵਿੱਚ ਉਹਦੇ 'ਤੇ ਅਲੱਗ-ਅਲੱਗ ਸ਼ੋਧਾਂ ਹੁੰਦੀਆਂ ਰਹੀਆਂ ਅਤੇ ਅਲੱਗ-ਅਲੱਗ ਦੇਸ਼ਾਂ 'ਚ ਉਹਨੂੰ ਅਲੱਗ-ਅਲੱਗ ਨਾਂ ਦੇ ਨਾਲ ਜਾਣਿਆ ਜਾਂਦਾ ਹੈ। ਇਹਦੇ ਵਿੱਚ ਐਡਵਾਂਸ ਵਿਧੀ ਦੇ ਜਿਹੜੇ ਕੋਰਸਿਸ ਨੇ ਉਹ ਇਹਨੂੰ ਖੇਮਕਾ ਸਰ ਮਾਤਾ ਪ੍ਰਸਾਦ ਖੇਮਕਾ ਜੀ ਉਹਨਾਂ ਨੇ ਇਹਨੂੰ 24 ਖੰਡਾਂ ਦੇ ਵਿੱਚ ਪੂਰਨ ਕੀਤਾ ਅਤੇ ਉਹਨਾਂ ਨੇ ਇੰਨਾ ਡੀਪਲੀ ਇਹਦੇ ਉੱਤੇ ਰਿਸਰਚ ਕੀਤੀ ਹੈ ਵੀ ਜਿਹਦਾ ਅੱਜ ਅਸੀਂ ਲਾਭ ਸਾਰੇ ਲੈ ਰਹੇ ਹਾਂ। ਤੁਸੀਂ ਦੱਸ ਰਹੇ ਸੀ ਕਿ ਸਰੀਰ ਦੇ ਪੰਜ ਭੂਤਕ ਸਰੀਰ ਦੇ ਜਿਹੜੇ ਉਹਦੇ ਆਧਾਰ ਦੇ ਉੱਤੇ ਸਾਰੀ ਇਹ ਪੈਥੀ ਚੱਲਦੀ ਹੈਗੀ ਹੈ, ਉਹ ਕੀ ਹੈ ਜੀ? ਹਾਂਜੀ, ਇਹ ਪੰਜ ਤੱਤਾਂ ਦੇ ਉੱਤੇ ਆਧਾਰਿਤ ਹੈ। ਸਾਰਿਆਂ ਨੂੰ ਪਤਾ ਹੈ ਵੀ ਆਪਣੇ ਸਰੀਰ ਆ ਜਿਹੜਾ ਉਹ ਪੰਜ ਤੱਤਾਂ ਤੋਂ ਬਣਿਆ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਬ੍ਰਹਿਮੰਡ ਦੇ ਅੰਦਰ ਹੈ ਉਹੀ ਸਾਡੇ ਪਿੰਡ ਦੇ ਅੰਦਰ ਹੈ। ਆਪਣੇ ਪਿੰਡ ਦੇ ਅੰਦਰ ਆਪਣੇ ਸਰੀਰ ਦੇ ਅੰਦਰ ਜਦ ਉਹਨਾਂ ਦਾ ਅਨਬੈਲੈਂਸ ਹੋ ਜਾਂਦਾ ਹੈ ਉਹ ਬਿਮਾਰੀ ਦਾ ਕਾਰਨ ਬਣਦਾ ਹੈ। ਯਾਨੀ ਕਿ ਆਪਾਂ ਅਗਰ ਗੱਲ ਕੀਤੀ ਜਾਵੇ ਹਵਾ, ਪਾਣੀ, ਮਿੱਟੀ, ਆਕਾਸ਼ ਤੇ ਅਗਨੀ, ਇਹ ਪੰਜ ਤੱਤ ਪੰਜ ਭੂਤਕ ਜਿਹੜੇ ਸਰੀਰ ਆਪਾਂ ਗ੍ਰੰਥਾਂ 'ਚ ਵੀ ਸੁਣਦੇ ਆਏ ਆ, ਉਹਦੇ ਆਧਾਰ ਤੇ ਇਲਾਜ ਹੁੰਦਾ। ਉਹਦੇ ਆਧਾਰ ਤੇ ਹੀ ਹੁੰਦਾ ਅਤੇ ਆਯੁਰਵੇਦ ਦੇ ਵਿੱਚ ਪੰਜ ਤੱਤਾਂ ਦੇ ਨਾਲ ਪੰਜ ਪਰਾ ਭੌਤਿਕ ਤੱਤ ਵੀ ਲਏ ਜਾਂਦੇ ਨੇ। ਉਹਦੇ ਵਿੱਚ 10 ਮੈਗਨੇਟ ਦੀ ਥਿਊਰੀ ਦੇ ਰਾਹੀਂ ਇਲਾਜ ਕੀਤਾ ਜਾਂਦਾ ਹੈ। ਦੋਏ ਥੈਰੇਪੀਆਂ ਨੂੰ ਲੈ ਕੇ ਇਲਾਹਾਬਾਦ ਸੰਸਥਾਨ ਤੋਂ ਇਹਦਾ ਬਹੁਤ ਵਧੀਆ ਜਿਹੜਾ ਉਹ ਚੱਲਦਾ ਹੈ। ਜਿਵੇਂ ਕਿ ਆਪਾਂ ਕਈ ਵਾਰੀ ਦੇਖਦੇ ਹਾਂ ਵੀ ਕਈਆਂ ਦੇ ਪੇਸ ਮੇਕਰ ਲਾਉਣ ਦੀ ਸਲਾਹ ਦਿੰਦੇ ਨੇ ਡਾਕਟਰ। ਪੇਸ ਮੇਕਰ ਹੈ ਜਿਹੜਾ ਡਾਕਟਰ ਵਾਲ ਦੀ ਥਿਊਰੀ ਹੈ ਜਿਹੜੀ ਉਹ ਵੀ ਸਾਡੇ ਇਹਦੇ ਵਿੱਚ ਹੀ ਸਮਿਲਿਤ ਹੈ। ਐਡਵਾਂਸ ਥੈਰੇਪੀ ਦੇ ਵਿੱਚ ਹੀ ਉਸ ਦੇ ਅੰਦਰ ਇੱਕ ਪੁਆਇੰਟ ਲਾ ਕੇ ਹੀ ਪੇਸ ਮੇਕਰ ਲੱਗ ਜਾਂਦਾ, ਉਨਾ ਹੀ ਕੰਮ ਕਰਦਾ ਜਿੰਨਾ ਮਤਲਬ ਪੇਸ ਮੇਕਰ ਲਾਇਆ ਹੋਇਆ ਕਰਦਾ। ਜੀ। ਅੱਛਾ, ਇਹ ਦੱਸੋ ਕਿ ਤੁਸੀਂ ਹੁਣ ਮੈਗਨੇਟ ਦੀ ਗੱਲ ਕੀਤੀ, ਚੁੰਬਕ ਦੀ ਗੱਲ ਕੀਤੀ ਹੈ ਵੀ ਚੁੰਬਕਾਂ ਦੇ ਨਾਲ ਜਿਹੜਾ ਆਪਾਂ ਇਲਾਜ ਕਰਦੇ ਹਾਂ। ਚੁੰਬਕ ਬੇਸਿਕਲੀ ਜਿਹੜੀ ਹੈ ਇਹਦੀ ਚੁੰਬਕ ਕਿਸ ਤਰ੍ਹਾਂ ਕੰਮ ਕਰਦਾ? ਸਰੀਰ ਦੇ ਉੱਤੇ ਚੁੰਬਕ ਕਿਸ ਤਰ੍ਹਾਂ ਕੰਮ ਕਰਦਾ? ਕਿ ਸਰੀਰ ਦੇ ਅੰਦਰ ਜਿਹੜਾ ਲੋਹਾ ਆਉਂਦਾ ਉਸ ਨੂੰ ਸੈੱਟ ਕੀਤਾ ਜਾਂਦਾ? ਕਿੱਦਾਂ ਹੁੰਦਾ ਚੁੰਬਕ ਦੀ? ਨਹੀਂ, ਅਸਲ ਦੇ ਵਿੱਚ ਜਿਹੜਾ ਚੁੰਬਕ ਹੈ, ਚੁੰਬਕ ਦਾ ਮਤਲਬ ਹੈ ਕਿਸੇ ਚੀਜ਼ ਨੂੰ ਮਤਲਬ ਵਧਾ ਦੇਣਾ ਜਾਂ ਕਿਸੇ ਚੀਜ਼ ਨੂੰ ਘਟਾ ਦੇਣਾ। ਕਿਉਂਕਿ ਆਪਾਂ ਜਾਣਦੇ ਹਾਂ ਵੀ ਇੱਕ ਧਰੁਵ ਹੁੰਦਾ ਉਹਦਾ ਜਿਹੜਾ ਚੀਜ਼ ਨੂੰ ਵਧਾਉਂਦਾ, ਇੱਕ ਧਰੁਵ ਹੁੰਦਾ ਜਿਹੜਾ ਚੀਜ਼ ਨੂੰ ਘਟਾਉਂਦਾ। ਇਸ ਕਰਕੇ ਉਹਦੇ ਦੋ ਧਰੁਵ ਨੇ। ਦੋ ਧਰੁਵ ਹੋਣ ਕਰਕੇ ਉਹਦੇ ਵਿੱਚ ਅਸੀਂ ਨੈਗੇਟਿਵ ਪੋਜ਼ਿਟਿਵ ਦੇ ਹਿਸਾਬ ਨਾਲ ਜਿੱਥੇ એનર્ਜੀ ਵਧੀ ਹੋਈ ਹੁੰਦੀ ਹੈ ਉੱਥੇ એનર્ਜੀ ਘਟਾ ਦਿੰਦੇ ਆ, ਜਿੱਥੇ એનર્ਜੀ ਘਟੀ ਹੋਈ ਹੁੰਦੀ ਹੈ ਉੱਥੇ એનર્ਜੀ ਵਧਾ ਦਿੰਦੇ ਆ। ਇਹ ਵਧਾਉਣ ਤੇ ਘਟਾਉਣ ਦੇ ਜਿਹੜੇ ਫਾਰਮੂਲੇ ਨੇ ਉਹ ਸਾਡੀਆਂ ਕਿਤਾਬਾਂ ਦੇ ਵਿਲਾਸ ਵਿਧੀ 'ਚ ਲਿਖੇ ਹੋਏ ਨੇ। ਉਸ ਦੇ ਮੁਤਾਬਕ ਇਹ ਥੈਰੇਪੀ ਕੰਮ ਕਰਦੀ ਹੈ। ਤੁਹਾਡੇ ਮੁਤਾਬਕ ਜਿਹੜਾ ਇੱਕ ਤਾਂ ਤੁਸੀਂ ਕਰਦੇ ਹੋ ਆਕੂਪ੍ਰੈਸ਼ਰ ਦੇ ਨਾਲ, ਮੈਗਨੇਟ ਦੇ ਨਾਲ, ਕੁਝ ਪੁਆਇੰਟ ਦੱਬਣ ਵਾਲਾ ਵੀ ਕੋਈ ਸਿਸਟਮ ਹੈਗਾ ਇਹਦੇ ਵਿੱਚ? ਨਹੀਂ, ਸਾਡੇ ਦੱਬਣ ਵਾਲਾ ਕੋਈ ਨਹੀਂ ਹੈਗਾ। ਸਾਡੇ ਦਾ ਸਾਰਾ ਮੈਗਨੇਟ ਥੈਰੇਪੀ ਦੇ ਨਾਲ ਹੀ। ਜਿੱਥੇ ਮੈਗਨੇਟ ਨਹੀਂ ਲਾਉਣ ਦੀ ਲੋੜ, ਕਈ ਹੁਣ ਇਹੋ ਜਿਹੇ ਮਰੀਜ਼ ਆ ਜਾਂਦੇ ਨੇ ਜਿਵੇਂ ਮਿਰਗੀ ਦਾ ਮਰੀਜ਼ ਆ ਗਿਆ, ਉਹਨੂੰ ਮੈਗਨੇਟ ਵੀ ਸ਼ੂਟ ਨਹੀਂ ਕਰਦੇ ਹੈਗੇ। ਉੱਥੇ ਅਸੀਂ ਉਹਨਾਂ ਹੀ ਪੁਆਇੰਟਾਂ ਦੇ ਉੱਤੇ ਮੇਥੀ ਦਾ ਦਾਣਾ ਲਾ ਦਿੰਦੇ ਹਾਂ। ਮੇਥੀ ਦਾ ਦਾਣਾ ਲਾਉਣ ਦੇ ਨਾਲ ਵੀ ਉਹਨੂੰ ਰਾਹਤ ਮਹਿਸੂਸ ਹੁੰਦੀ ਹੈ। ਠੀਕ ਹੈ। ਅੱਛਾ, ਇੱਕ ਗੱਲ ਦੱਸੋ ਚਿੰਦੀ ਸਾਹਿਬ ਕਿ ਮੰਨ ਲਓ ਵੀ ਇੱਕ ਸ਼ੂਗਰ ਵਾਲਾ ਮਰੀਜ਼ ਤੁਹਾਡੇ ਕੋਲ ਆ ਜਾਂਦਾ, ਉਹ ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਉਹ ਦਵਾਈ ਖਾ ਰਿਹਾ ਸ਼ੂਗਰ ਦੀ, ਬਹੁਤ ਤੰਗ ਹੈ, ਉਹਦੇ ਜ਼ਖਮ ਵੀ ਹੈਗਾ ਪੈਰ ਦੇ ਵਿੱਚ ਅਤੇ ਇੰਨੇ ਕੁ ਲੈਵਲ ਦੇ ਉੱਤੇ ਪਹੁੰਚ ਗਿਆ ਕਿ ਉਹ ਹੁਣ ਉਹਨੂੰ ਡਾਕਟਰ ਨੇ ਕਹਿਤਾ ਵੀ ਤੈਨੂੰ ਤਾਂ ਇਨਸੂਲਿਨ ਦੇ ਇੰਜੈਕਸ਼ਨ ਲਵਾਉਣੇ ਪੈਣਗੇ ਤਾਂ ਤੇਰਾ ਕੰਮ ਚੱਲੇਗਾ, ਅਦਰਵਾਈਜ਼ ਤੇਰਾ ਹੁਣ ਦਵਾਈਆਂ ਦੇ ਨਾਲ ਜਿਹੜਾ ਤੇਰਾ ਕੰਮ ਨਹੀਂ ਚੱਲ ਸਕਦਾ। ਉਹ ਬੰਦਾ ਤੁਹਾਡੇ ਕੋਲ ਆ ਜਾਂਦਾ, ਉਸ ਬੰਦੇ ਦਾ ਤੁਸੀਂ ਇਲਾਜ ਕਿਸ ਢੰਗ ਨਾਲ ਕਰਦੇ ਹੋ? ਅਤੇ ਦੂਜੀ ਗੱਲ ਇਹ ਹੈ ਕਿ ਉਹ ਕਿੰਨੀ ਦੇਰ ਬਾਅਦ ਜਿਹੜਾ ਫਿਰ ਉਹ ਦਵਾਈਆਂ ਛੱਡ ਜਾਂਦਾ? ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਿਆ, ਮੇਰੇ ਕੋਲ ਹੁਣੀ ਪਾਤਲਾ ਤੋਂ ਇੱਕ ਮਰੀਜ਼ ਸੀਗਾ, ਉਹ ਇਨਸੂਲਿਨ ਲੈਂਦਾ ਸੀ 20 ਤੇ 15। ਉਹਦੀ ਇਨਸੂਲਿਨ ਹੈ ਜਿਹੜੀ ਉਹ ਇਸ ਵੇਲੇ ਘੱਟ ਕੇ 5 ਆ ਗਈ। 1 ਮਹੀਨੇ ਦਾ ਉਹਦਾ ਟ੍ਰੀਟਮੈਂਟ ਹੋਇਆ ਜੇ। ਉਹ ਮੇਰੇ ਕੋਲ ਸਿੱਖ ਕੇ ਆਪਦੇ ਘਰੀ ਪੁਆਇੰਟ ਲਾਉਂਦੇ ਨੇ ਅਤੇ ਉਹ 2 ਤੋਂ 3 ਮਹੀਨਿਆਂ ਦੇ ਵਿੱਚ ਜਿਹੜੀ ਸ਼ੂਗਰ ਹੈ ਉਹ ਨੋਰਮਲ ਆ ਜਾਂਦੀ ਹੈ। ਪਹਿਲਾਂ ਨਾਲੋਂ ਸ਼ੂਗਰ ਉਹਦੀ ਲਗਭਗ ਸਹੀ ਹੈ। ਅਤੇ ਹੋਰ ਕਿਹੜੀ ਜਿਹੜੀ ਵਿਧੀ ਹੈ, ਕਿਹੜੇ ਬਿਮਾਰੀਆਂ ਦੇ ਇਲਾਜ ਨੇ ਜਿਨ੍ਹਾਂ ਤੋਂ ਇਨਸਾਨ ਨੂੰ ਤੁਰੰਤ ਰਾਹਤ ਮਿਲਦੀ ਹੈ? ਜਿਹੜੀ ਤੁਸੀਂ ਜਿਵੇਂ ਇੱਕ ਹੁੰਦਾ ਨਾ ਵੀ ਮੰਨ ਲਓ ਵੀ ਇੱਕ ਬੰਦੇ ਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ, ਉਹਨੂੰ ਡਿਕਲੋਫਨੈਕ ਦਾ ਇੰਜੈਕਸ਼ਨ ਲਗਾਤਾ ਜਾਂਦਾ, ਫੋਰਟਵਿਨ ਦਾ ਇੰਜੈਕਸ਼ਨ ਲਗਾਤਾ, ਕਈ ਇੰਜੈਕਸ਼ਨ ਇਸ ਤਰ੍ਹਾਂ ਦੇ ਹੈਗੇ ਨੇ ਜਿਨ੍ਹਾਂ ਲਗਾਇਆ ਅਤੇ ਤੁਰੰਤ ਬੰਦੇ ਨੂੰ ਆਰਾਮ ਆ ਗਿਆ। ਕੋਈ ਇਸ ਤਰ੍ਹਾਂ ਦਾ ਤੁਹਾਡਾ ਵੀ ਹੈ ਵੀ ਜਿਹਦੇ ਨਾਲ ਤੁਹਾਡੇ ਕੋਲ ਬੰਦਾ ਰੋਂਦਾ ਪਿੱਟਦਾ ਚੀਕਾਂ ਮਾਰਦਾ ਆਇਆ ਅਤੇ ਤੁਸੀਂ ਉਹਦਾ ਇਲਾਜ ਕੀਤਾ ਅਤੇ ਬੰਦਾ ਤੁਰੰਤ ਆਰਾਮ ਆ ਗਿਆ? ਹਾਂ, ਇਸ ਪੈਥੀ ਦੇ ਅੰਦਰ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ, ਐਸੇ ਪੁਆਇੰਟ ਹੈਗੇ ਨੇ ਜਿਨ੍ਹਾਂ ਨੂੰ ਲਾਉਣ ਦੇ ਨਾਲ, ਜਿਹਨਾਂ ਉੱਤੇ ਮੈਗਨੇਟ ਲਾਉਣ ਦੇ ਨਾਲ ਉਹਨੂੰ ਤੁਰੰਤ ਰਾਹਤ ਮਿਲਦੀ ਹੈ ਅਤੇ ਉਹ ਹੱਸਦਾ ਖੇਡਦਾ ਘਰ ਨੂੰ ਜਾਂਦਾ ਹੈ। ਇੱਥੇ ਤਾਂ ਅਸੀਂ ਦੇਖਿਆ ਵੀ ਸਾਡੇ ਸੰਸਥਾਨ ਦੇ ਅੰਦਰ ਇਲਾਹਾਬਾਦ ਜਿਹੜੇ ਰਿਕਸ਼ਾ 'ਤੇ ਚੜ੍ਹ ਕੇ ਆਏ ਸੀਗੇ
ਤੁਰ ਵੀ ਨਹੀਂ ਸੀ ਸਕਦੇ, 4-4 ਬੰਦ ਚੱਕ ਕੇ ਲਿਆਉਂਦੇ ਸੀਗੇ। ਉਹਨਾਂ ਨੇ ਖੇਮਕਾ ਸਰ ਤੋਂ ਅਪੁਆਇੰਟਮੈਂਟ ਲੈ ਕੇ ਆਪਣਾ ਇਲਾਜ ਕਰਾਇਆ। ਇਲਾਜ ਕਰਾਉਣ ਤੋਂ ਬਾਅਦ ਉਹ ਤੁਰ ਕੇ ਮਤਲਬ ਆਪਣੇ ਘਰ ਨੂੰ ਗਏ ਨੇ ਇੱਕ ਦਿਨ 'ਚ। ਸਾਡੇ ਕੋਲ ਡਾਕੂਮੈਂਟਰੀ ਪ੍ਰੂਫ ਨੇ। ਅੱਛਾ, ਕਿਹੜੇ ਤੁਸੀਂ ਦੱਸੋਗੇ ਵੀ ਕਿਹੜੇ ਐਸੇ ਜੇ ਹੋਣਗੇ ਮਰਜ਼ ਹੋਣਗੇ, ਜਿਹੜੀਆਂ ਬਿਮਾਰੀਆਂ ਹੋਣਗੀਆਂ ਜਿਨ੍ਹਾਂ ਦਾ ਇਲਾਜ ਤੁਸੀਂ ਤੁਰੰਤ ਕੀਤੇ ਜਾਣ ਦਾ ਦਾਅਵਾ ਕਰਦੇ ਹੋ ਵੀ ਇਹ ਤਾਂ ਸਾਡੇ ਕੋਲ ਆਇਆ, ਅਸੀਂ ਮਰਜ਼ ਨੂੰ ਸਮਝ ਲਿਆ ਤਰੀਕੇ ਦੇ ਨਾਲ, ਜੇ ਉਹਨੇ ਸਾਨੂੰ ਰਿਕਾਰਡ ਉਹਦਾ ਪੂਰਾ ਪਿਛੋਕੜ ਦੱਸਤਾ, ਤੁਹਾਡੇ ਮਰਜ਼ ਸਮਝ ਲਿਆ, ਤੇ ਉਹਨਾਂ ਮਰਜ਼ਾਂ ਦਾ ਤੁਸੀਂ ਜਿਹੜਾ ਉਹ ਤੁਰੰਤ ਜਿਹੜਾ ਇਲਾਜ ਕਰਕੇ ਦੇ ਸਕਦੇ ਹੋ। ਹੁਣ ਜਿਵੇਂ ਖੂਨ ਦੀ ਕਮੀ ਕਿਸੇ 'ਚ ਆ ਗਈ, ਖੂਨ ਦੀ ਕਮੀ ਕਰਕੇ ਉਹਨੂੰ ਅਚਵਜ ਵੀ ਲੱਗੂਗੀ, ਘਬਰਾਹਟ ਵੀ ਹੋਊਗੀ, ਬਹੁਤ ਕੁਝ ਹੁੰਦਾ, ਤਾਂ ਉਹਨੂੰ ਅਸੀਂ ਜਦੋਂ ਪੁਆਇੰਟ ਦਿੰਦੇ ਹਾਂ, ਪੁਆਇੰਟ ਦੇਣ ਦੇ ਸਾਰ ਹੀ ਉਹਨੂੰ ਉਹਦੀ ਖਾਧੀ ਹੋਈ ਰੋਟੀ 'ਚ ਉਹਦਾ ਖੂਨ ਪੂਰਾ ਹੋਣਾ ਸ਼ੁਰੂ, 1 ਮਹੀਨੇ ਦੇ ਟ੍ਰੀਟਮੈਂਟ ਦੇ ਨਾਲ ਉਹਦੇ ਸਰੀਰ ਦੇ ਵਿੱਚ ਖੂਨ ਦੀ ਜਿਹੜੀ ਆ HB ਦੀ ਮਾਤਰਾ ਉਹ ਵੱਧ ਜਾਂਦੀ ਹੈ। ਦੂਜੀ ਗੱਲ ਹੈ ਵੀ ਇਸ ਦੇ ਅੰਦਰ, ਇਸ ਥੈਰੇਪੀ ਦੇ ਅੰਦਰ ਜਿਵੇਂ ਪਿੱਤੇ ਦੀ ਪੱਥਰੀ ਹੈ, ਕਹਿੰਦੇ ਵੀ ਨਿਕਲਦੀ ਹੋਣੀ ਹੈ। ਪਿੱਤੇ ਦੀ ਪੱਥਰੀ 12 mm ਦੀ ਗੁਰੂ ਨਾਨਕ ਨਗਰ ਦੇ ਵਿੱਚ ਆਪਾਂ ਨੇ ਕੱਢੀ ਹੈ ਅਤੇ ਉਹ 42 ਦਿਨਾਂ 'ਚ ਨਿਕਲ ਗਈ ਸੀਗੀ। ਪਿੱਤੇ ਦੀ ਪੱਥਰੀ ਵੀ ਨਿਕਲ ਜਾਂਦੀ ਹੈ, ਪੱਥਰੀਆਂ ਹੋਣ, ਗੱਠਾਂ ਹੋਣ, ਹਰ ਇੱਕ ਚੀਜ਼ ਦਾ ਇਲਾਜ ਹੈ ਜਿਹੜਾ ਉਹ ਇਹਦੇ 'ਚ ਹੋ ਜਾਂਦਾ ਹੈ। PCOD ਹੋ ਗਈ, PCOS ਹੋ ਗਿਆ, ਮਾਸਿਕ ਧਰਮ ਸੰਬੰਧੀ ਬਹੁਤ ਸਾਰੀਆਂ ਬਿਮਾਰੀਆਂ ਆ ਜਾਂਦੀਆਂ ਨੇ, ਲਕੋਰੀਆ ਆ ਜਾਂਦਾ ਹੈ। ਲਕੋਰੀਆ ਦਾ ਸਫੀਸ਼ੀਐਂਟ, ਲਕੋਰੀਏ ਦਾ ਇਹਦੇ ਅੰਦਰ ਪਹਿਲੇ ਦਿਨ ਦੇ ਪੁਆਇੰਟਾਂ ਦੇ ਨਾਲ ਹੀ ਆਰਾਮ ਹੋਣਾ ਸ਼ੁਰੂ ਹੁੰਦਾ। ਹਫ਼ਤੇ ਦੇ ਵਿੱਚ ਲੇਡੀਜ਼ ਨੂੰ ਲਕੋਰੀਏ ਦੇ ਸ਼ਿਕਾਇਤ ਤੋਂ ਬਹੁਤ ਰਾਹਤ ਮਿਲ ਜਾਂਦੀ ਹੈ। ਅੱਛਾ, ਜਿਹੜੇ ਤੁਸੀਂ ਇਹ ਜਨਾਨਾ ਰੋਗਾਂ ਦੀਆਂ ਗੱਲਾਂ ਕਰ ਰਹੇ ਹੋ, ਇਹ PCOD ਹੋ ਗਈ, ਲਕੋਰੀਆ ਹੋ ਗਿਆ, ਤੇ ਜਿਹੜੇ ਦੂਸਰੇ ਰੋਗ ਨੇ ਕੋਈ ਵੀ ਅਗਰ ਦੇਖੇ ਜਾਣ ਤਾਂ ਉਹਨਾਂ ਵਾਸਤੇ ਕਿਹੜੇ ਪੁਆਇੰਟਸ ਕਿਹੜੇ ਹੈਗੇ ਨੇ ਜਿਨ੍ਹਾਂ ਦੇ ਉੱਤੇ ਮੈਗਨੇਟਿਕ ਲਗਾਏ ਜਾਂਦੇ ਨੇ? ਨਹੀਂ, ਉਹ ਤਾਂ ਦੇਖੋ ਸਾਰਿਆਂ ਵਾਸਤੇ ਇਹ ਅਲੱਗ-ਅਲੱਗ ਮੈਗਨੇਟਸ ਹੁੰਦੇ ਨੇ। ਉਹਨਾਂ ਦਾ ਬਕਾਇਦਾ ਸਾਡੇ ਕੋਲ ਪ੍ਰੋਟੋਕੋਲ ਬਣਿਆ ਹੋਇਆ ਹੁੰਦਾ ਵੀ ਕਿਹੜੀ ਚੀਜ਼ ਹੋਈ ਆ, ਉਸ ਕਰਕੇ ਉਹਦੇ ਜੋ ਉਹਦਾ ਮਤਲਬ ਬਣਦਾ ਹੈ, ਯਾਨੀ ਦਵਾਈ ਕਹਿਣ ਤੋਂ ਬਾਅਦ ਸਾਡੀ ਜਿਹੜੀ ਦਵਾਈ ਆ ਉਹ ਸਾਡੇ ਪ੍ਰੋਟੋਕੋਲ 'ਚ ਖੇਮਕਾ ਸਰ ਨੇ ਲਿਖੀ ਹੋਈ ਆ। ਅਸੀਂ ਆਪਣੀ ਕਿਤਾਬ ਚੱਕਦੇ ਹਾਂ, ਉਹਦੇ ਵਿੱਚੋਂ ਉਹਦੇ ਪੁਆਇੰਟ ਕੱਢ ਕੇ ਲਾ ਦਿੰਦੇ ਹਾਂ। ਉਹ ਲਾਉਣ ਦੇ ਨਾਲ ਉਹ ਬੰਦਾ ਤੁਰੰਤ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ। ਇੱਕ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ, ਉਹ ਤੁਹਾਡੇ ਕੋਲ ਆਉਂਦਾ, ਦਵਾਈ ਵੀ ਖਾ ਰਿਹਾ, ਬਲੱਡ ਪ੍ਰੈਸ਼ਰ ਵਾਸਤੇ ਜਿਹੜੇ ਨੇ ਉਹ ਕਿਹੜੇ ਪੁਆਇੰਟਸ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਲਗਾ ਕੇ ਉਸ ਨੂੰ, ਕਿਉਂਕਿ ਬਲੱਡ ਪ੍ਰੈਸ਼ਰ ਇੱਕ ਆਮ ਚੀਜ਼ ਹੈਗੀ ਹੈ, ਇਹ ਆਮ ਬਿਮਾਰੀ ਹੈ, ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਵੀ ਆਪਾਂ ਨੇ ਉਹਨੂੰ ਅਲੱਗ ਤਰ੍ਹਾਂ ਦਾ ਬਲੱਡ ਪ੍ਰੈਸ਼ਰ ਹੈਗਾ, ਉਹਨੂੰ ਅਲੱਗ ਤਰ੍ਹਾਂ ਦਾ ਹੋਏਗਾ। ਬਲੱਡ ਪ੍ਰੈਸ਼ਰ ਨੂੰ ਆਮ ਤਰ੍ਹਾਂ ਦੀ ਬਿਮਾਰੀ ਹੈਗੀ ਹੈ, ਇੱਕੋ ਤਰ੍ਹਾਂ ਦੀ ਬਿਮਾਰੀ ਹੈ। ਉਹਦੇ ਵਾਸਤੇ ਕਿਹੜੇ ਪੁਆਇੰਟਸ ਜਿਹੜੇ ਨੇ ਉਹਨਾਂ ਉੱਤੇ ਲੱਗਦੇ ਨੇ, ਤੇ ਉਹ ਕਿੰਨੇ ਚਿਰ ਦੇ ਵਿੱਚ ਬੰਦਾ ਜਿਹੜਾ ਦਵਾਈ ਵੀ ਛੱਡ ਦਿੰਦਾ ਤਾਂ ਬਿਲਕੁਲ ਠੀਕ ਵੀ ਹੋ ਜਾਂਦਾ? ਬਲੱਡ ਪ੍ਰੈਸ਼ਰ ਵਾਸਤੇ 2 ਚੀਜ਼ਾਂ ਹੁੰਦੀਆਂ ਨੇ। ਤੁਹਾਡੇ ਖੱਬੇ ਹੱਥ ਦੇ ਵਿੱਚ ਜਿਹੜਾ ਅੰਗੂਠਾ ਹੈ, ਅੰਗੂਠੇ ਦੇ ਉੱਤੇ ਅਗਰ ਤੁਸੀਂ ਇਸ ਜਗ੍ਹਾ ਦੇ ਉੱਤੇ ਨਹੁੰ ਤੋਂ ਉੱਪਰਲੇ ਪਾਸੇ ਅਤੇ ਹੱਡ ਤੋਂ ਥੱਲੇ ਵਾਲੇ ਪਾਸੇ ਵਿਚਕਾਰ ਇੱਕ ਨੀਲੇ ਰੰਗ ਦੀ ਵੱਡੀ ਸਾਰੀ ਬਿੰਦੀ ਲਗਾ ਦਿਓ, ਇਹਦੇ ਨਾਲ ਵੀ BP ਨੋਰਮਲ ਰਹਿਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਹਾਂ, ਬਿੰਦੀ ਲਾਉਣੀ ਹੈ ਸਿਰਫ ਵੱਡੀ ਸਾਰੀ ਜੀ, ਵੱਡੀ ਸਾਰੀ ਬਿੰਦੀ ਲਾ ਦੇਣੀ ਹੈ। ਕਾਹਦਾ ਪੈਨ ਨਾ ਬਣਾ ਦੋ ਨਾ, ਨੀਲਾ ਸਕੈਚ ਪੈਨ, ਆਰਡੀਨਰੀ ਨੀਲਾ ਸਕੈਚ ਪੈਨ। ਕਿਉਂਕਿ ਇਸ ਦੇ ਅੰਦਰ ਜਿਹੜਾ ਇਲਾਜ ਹੈ ਉਹ ਸੀਡ ਥੈਰੇਪੀ ਰਾਹੀਂ, ਕਲਰ ਥੈਰੇਪੀ ਦੇ ਰਾਹੀਂ ਅਤੇ ਮੈਗਨੇਟਾਂ ਰਾਹੀਂ, 3 ਤਰੀਕਿਆਂ ਨਾਲ ਕਰਿਆ ਜਾ ਸਕਦਾ ਹੈ। ਨਹੀਂ, ਇਹ ਫਿਰ ਨੀਲਾ ਜਿਹੜਾ ਪੁਆਇੰਟ ਹੈ ਰੋਜ਼ ਲਗਾਉਣਾ ਹੈ? ਇਹ ਰੋਜ਼ ਜਦੋਂ ਹੁਣ ਤੁਸੀਂ ਹੱਥ ਧੋ ਲਿਆ, ਹੱਥ ਧੋਣ ਤੋਂ ਬਾਅਦ 'ਚ ਉਹਨੂੰ ਫਿਰ ਗਾੜਾ ਕਰ ਦਿਓ। ਇੱਕ ਆਰਡੀਨਰੀ ਸਕੈਚ ਪੈਨ ਨੀਲਾ ਬਾਜ਼ਾਰ 'ਚੋਂ ਲੈ ਲਓ, ਉਹ ਉੱਥੇ ਉਹਦੇ 'ਤੇ ਲਾਓ। ਉਹ ਲਾਉਣ ਦੇ ਨਾਲ ਵੀ BP ਹੈ ਜਿਹੜਾ ਨੋਰਮਲ ਰਹਿਣ ਲੱਗ ਜਾਂਦਾ ਹੈ। ਅੱਛਾ, ਜਿਹੜਾ ਕਲਰ ਥੈਰੇਪੀ ਹੈ ਹੋਰ ਕਿਹੜੇ ਮਰਜ਼ਾਂ ਦੇ ਵਿੱਚ ਕੰਮ ਕਰਦੀ ਹੈ? ਕਲਰ ਥੈਰੇਪੀ ਵੀ ਇਸੇ ਤਰ੍ਹਾਂ ਸਾਰੀਆਂ ਚੀਜ਼ਾਂ 'ਚ ਕੰਮ ਕਰਦੀ ਹੈ। ਕਲਰ ਥੈਰੇਪੀ ਵੀ ਉਹੀ ਸਾਰੀਆਂ ਚੀਜ਼ਾਂ 'ਚ ਕੰਮ ਕਰਦੀ ਹੈ ਅਤੇ ਉਹਦੀਆਂ ਬੁੱਕਾਂ ਵੀ ਸਾਡੇ ਕੋਲ ਹੁੰਦੀਆਂ ਨੇ। ਉਹ ਬੁੱਕ ਲਿਜਾ ਕੇ ਘਰ ਦੇ ਵਿੱਚ ਉਹਨੂੰ, ਵੈਸੇ ਨਾ ਤਾਂ ਚਿਲਡਰਨ ਐਕੂਪ੍ਰੈਸ਼ਰ ਥੈਰੇਪੀ ਦਿੱਤਾ ਗਿਆ, ਪਰ ਉਹ ਵੱਡਿਆਂ ਦੇ ਵੀ ਅਤੇ ਛੋਟਿਆਂ ਦੇ ਵੀ ਸਾਰਿਆਂ ਦੇ ਉੱਤੇ ਕੰਮ ਕਰਦੀ ਹੈ। ਜਿਵੇਂ ਬੱਚਿਆਂ ਨੂੰ ਟੱਟੀਆਂ ਲੱਗ ਜਾਂਦੀਆਂ ਨੇ, ਉਹਦੇ ਸਮਝਾਇਆ ਹੋਇਆ ਵੀ ਤੁਸੀਂ ਆਹ ਵੱਡੀ ਉਂਗਲੀ ਹੈ, ਜਿਹੜੀ ਵੱਡੀ ਉਂਗਲੀ ਦੇ ਪਹਿਲੇ ਪੋਟੇ ਦੇ ਉੱਤੇ ਬਿਲਕੁਲ ਸੈਂਟਰ ਦੇ ਵਿੱਚ ਇੱਕ ਪੀਲੇ ਰੰਗ ਦੀ ਬਿੰਦੀ ਲਾ ਦਿਓ, ਟੱਟੀਆਂ ਜਿਹੜੀਆਂ ਨੇ ਉਹ ਰੁਕ ਜਾਂਦੀਆਂ ਨੇ। ਨਹੀਂ ਤਾਂ ਹੌਸਪੀਟਲਾਈਜ਼ ਹੋਣਾ ਪੈਂਦਾ। ਇਹ ਇੱਥੇ ਪੀਲੇ ਰੰਗ ਦੀ ਬਿੰਦੀ ਲਾ ਕੇ ਉਹਦੀ ਜਿਹੜਾ ਲੈਟਰਾਂ ਲੱਗੀਆਂ ਹੋਏ ਨੇ ਉਹ ਰੁਕ ਜਾਂਦੀਆਂ ਨੇ। ਪੀਲੇ ਰੰਗ ਦੀ ਬਿੰਦੀ ਲਾ ਕੇ, ਉਹ ਵੀ ਸਕੈਚ ਪੈਨ ਹੀ ਲਾਉਣਾ ਹੈ। ਆਰਡੀਨਰੀ ਸਕੈਚ ਪੈਨ ਜਿਹੜੇ ਨੇ ਉਹ ਵਰਤੇ ਜਾਂਦੇ ਨੇ, ਜਿਹੜੇ ਮਿਟ ਜਾਣ, ਪਰਮਾਨੈਂਟ ਨਹੀਂ ਕਦੇ ਸਕੈਚ ਪੈਨ ਵਰਤਣਾ। ਅਤੇ ਇਸੇ ਜਗ੍ਹਾ ਦੇ ਉੱਤੇ ਜੇ ਕਿਸੇ ਨੂੰ ਕਬਜ਼ ਹੋਈ ਹੈ, ਉਹ ਹਰੇ ਰੰਗ ਦੀ ਬਿੰਦੀ ਲਾ ਲਵੇ। ਉਹਦੇ ਨਾਲ ਕਿਹੜੀ ਜਗ੍ਹਾ ਕਹਿ ਰਹੇ ਹੋ ਤੁਸੀਂ? ਇਹ ਜਿਵੇਂ ਇਹ ਮੇਰਾ ਇਹ ਹੈਗਾ, ਇਹਦੇ ਬਿਲਕੁਲ ਸੈਂਟਰ 'ਚ ਪਹਿਲੇ ਪੋਟੇ ਦੇ ਇੱਥੇ ਬਿਲਕੁਲ ਸੈਂਟਰ ਦੇ ਵਿੱਚ ਪੀਲੇ ਰੰਗ ਦੀ ਬਿੰਦੀ ਲਾ ਦਿਓ, ਲੂਜ਼ ਮੋਸ਼ਨ ਰੁਕ ਜਾਣਗੇ। ਇਸੇ ਜਗ੍ਹਾ ਦੇ ਉੱਤੇ ਹਰੇ ਰੰਗ ਦੀ ਬਿੰਦੀ ਲਾ ਦਿਓ ਤਾਂ ਕਬਜ਼ ਟੁੱਟ ਜੂਗੀ। ਲਾਉਣੀ ਰੋਜ਼ ਪਊਗੀ,
ਇਹ ਨਹੀਂ ਹੈ ਵੀ ਕਈ ਸਾਲ ਪੁਰਾਣੀ ਕਬਜ਼ ਹੈ ਵੀ ਉਹ ਇੱਕ ਦਿਨ ਲਾ ਕੇ ਕਹਿੰਦੇ ਵੀ ਮੇਰੀ ਤਾਂ ਕਬਜ਼ ਟੁੱਟੀ ਨਹੀਂ ਹੈਗੀ। ਇਹ ਨਹੀਂ, ਲਾਉਣੀ ਰੋਜ਼ ਪਊਗੀ, ਇਹਦੇ ਨਾਲ ਵੀ ਕਬਜ਼ ਟੁੱਟ ਜਾਂਦੀ ਹੈ। ਨਹੀਂ ਤਾਂ ਫਿਰ ਉਹਦੇ ਫਰਦਰ ਅੱਗੇ ਪੁਆਇੰਟ ਹੈਗੇ ਨੇ। ਅੱਛਾ, ਜਿਹੜੇ ਤੁਸੀਂ ਇੱਕ ਗੱਲ ਕੀਤੀ ਹੈ ਕਿ ਮੈਗਨੇਟ ਲਗਾਉਣੇ ਨੇ, ਇਹ ਮੈਗਨੇਟ ਤਾਂ ਫਿਰ ਬੜੇ ਮਹਿੰਗੇ ਆਉਂਦੇ ਨੇ ਜੀ, ਐਡੇ ਐਡੇ ਬੜੇ ਮੈਗਨੇਟ। ਉਹ ਕਿੱਥੋਂ ਬੰਦਾ ਕੀ ਕਿੰਨੇ ਦਾ ਇਲਾਜ ਕਰਾ ਲੂਗਾ ਜੀ ਉਹ? ਨਹੀਂ, ਉਹ ਮੈਗਨੇਟ ਇਹ 'ਚ ਨਹੀਂ ਵਰਤੇ ਜਾਂਦੇ। ਇਹ 'ਚ ਮੈਕਰੋ ਮੈਗਨੇਟ ਹੁੰਦੇ ਨੇ, ਨਿੱਕੇ ਨਿੱਕੇ ਮੈਗਨੇਟ ਨੇ। ਉਹ 30 ਰੁਪਏ ਦੀ ਡੱਬੀ ਜਾਂ 40 ਰੁਪਏ ਦੀ ਡੱਬੀ ਆਮ ਤੌਰ 'ਤੇ ਮਿਲ ਜਾਂਦੀ ਹੈ। ਕਿੰਨੇ ਮੈਗਨੇਟ ਹੁੰਦੇ ਉਹ 'ਚ 10 ਮੈਗਨੇਟ ਹੁੰਦੇ ਨੇ ਜੀ, ਅਤੇ ਉਹ ਉਸੇ ਦੇ ਹੀ ਹੋ ਜਾਂਦੇ ਨੇ ਜੀ, ਉਹੀ ਦੁਬਾਰਾ ਲਾਉਣੇ ਨੇ ਜੀ। ਇਸ ਕਰਕੇ ਇਹ ਕੋਸਟਲੀ ਨਹੀਂ ਹੈ, ਇਹ ਬਹੁਤ ਹੀ ਸਸਤੀ ਥੈਰੇਪੀ ਹੈ। ਅਤੇ ਫਿਰ ਉਹ ਮੈਗਨੇਟ ਕਿੰਨੀ ਦੇਰ ਚੱਲ ਜਾਂਦੇ ਨੇ? ਉਹ ਮੈਗਨੇਟ ਜਦੋਂ ਉਹਨਾਂ ਦਾ ਜਦ ਤੱਕ ਰੰਗ ਨਹੀਂ ਲੈਂਦਾ, ਅੱਛਾ, ਉਹਨਾਂ ਦੇ ਉੱਤੇ 2 ਕਲਰ ਕੀਤੇ ਹੁੰਦੇ ਨੇ ਤਾਂ ਕਿ ਨਾਰਥ ਅਤੇ ਸਾਊਥ ਪੋਲ ਦਾ ਪਤਾ ਲੱਗੇ। ਜਦੋਂ ਤੱਕ ਉਹਨਾਂ ਦੇ ਉੱਤੇ ਰੰਗ ਹੈਗਾ ਉਦੋਂ ਤੱਕ ਉਹ ਚੱਲ ਸਕਦੇ ਨੇ। ਜੀ ਜੀ ਜੀ। ਅਤੇ ਉਹ ਇੱਕ ਵਾਰ ਇੱਕ ਮਰਜ਼ ਦੇ ਮਰੀਜ਼ ਲਈ ਕਿੰਨੇ ਮੈਗਨੇਟ ਦੀ ਲੋੜ ਪੈਂਦੀ, ਕਿੰਨੀਆਂ ਡੱਬੀਆਂ ਜਿਹੜੀਆਂ ਉਹ ਲੱਗ ਜਾਂਦੀਆਂ ਹੈਗੀਆਂ ਨੇ? ਇਹ ਉਹਦੀ ਬਿਮਾਰੀ 'ਤੇ ਡਿਪੈਂਡ ਕਰਦਾ। ਹੁਣ ਜਿਵੇਂ ਖੂਨ ਦੀ ਕਮੀ ਹੈ, ਖੂਨ ਦੀ ਕਮੀ ਵਾਸਤੇ 6 ਪੁਆਇੰਟ ਲੱਗਦੇ ਨੇ ਕੁੱਲ, ਇੱਕ ਡੱਬੀ ਵੀ ਨਾ ਲੱਗੀ। ਇਸ ਤਰ੍ਹਾਂ ਇਸੇ ਤਰੀਕੇ ਦੇ ਨਾਲ ਸ਼ੂਗਰ ਦੇ ਪੁਆਇੰਟ ਨੇ, ਸ਼ੂਗਰ ਦੇ ਪੁਆਇੰਟਾਂ ਦੇ ਵਿੱਚ 2 ਡੱਬੀਆਂ ਲੱਗਦੀਆਂ ਨੇ। ਮਤਲਬ ਮੈਗਨੇਟ ਤਾਂ ਵੱਬ ਉਸੇ ਨੂੰ ਲੱਗਦੇ ਨੇ ਜਿਹੜਾ ਫੁੱਲ ਬਿਮਾਰੀਆਂ ਨਾਲ ਹੀ ਭਰਿਆ ਪਿਆ, ਉੱਥੇ ਫਿਰ ਜ਼ਿਆਦਾ ਲਾਉਣੇ ਪੈਂਦੇ ਨੇ। ਅਦਰਵਾਈਜ਼ ਉਹ ਥੋੜ੍ਹੇ ਜਿਹੇ ਪੁਆਇੰਟਾਂ ਨਾਲ ਹੀ ਸਰ ਜਾਂਦਾ ਹੈ। ਅੱਛਾ, ਇਹ ਮੈਗਨੇਟ ਜਿਹੜੇ ਲਾਉਣੇ ਪੈਂਦੇ ਨੇ, ਇਹ ਹੱਥਾਂ ਦੇ ਉੱਤੇ, ਹੱਥਾਂ 'ਤੇ ਹੀ ਲਾਣੇ ਨੇ, ਉਂਗਲੀਆਂ ਪੋਟਿਆਂ 'ਤੇ ਹੀ ਲਾਣੇ ਨੇ, ਜਾਂ ਫਿਰ ਸਰੀਰ ਦੇ ਹੋਰ ਵੀ ਹਿੱਸੇ ਹੈਗੇ ਨੇ ਜਿਨ੍ਹਾਂ 'ਤੇ ਲਾਉਣੇ ਪੈਂਦੇ ਨੇ? ਇਹ ਹੱਥਾਂ 'ਤੇ ਹੀ ਲੱਗਦੇ ਨੇ, ਪੈਰਾਂ 'ਤੇ ਹੀ ਲੱਗ ਸਕਦੇ ਨੇ। ਪੈਰਾਂ ਵਾਲੇ ਫਿਰ ਪੈਰ ਤੁਰਦੇ ਆ, ਪੈਰਾਂ ਤੋਂ ਲੈ ਜਾਂਦੇ ਨੇ, ਇਸ ਕਰਕੇ ਅਸੀਂ ਇਹਨਾਂ ਨੂੰ ਹੱਥਾਂ ਦੇ ਉੱਤੇ ਹੀ ਲਾਉਂਦੇ ਹਾਂ। ਸਿਰਫ ਤੇ ਸਿਰਫ ਹੱਥਾਂ ਦੇ ਉੱਤੇ ਹੀ ਲੱਗਣਾ? ਹੱਥਾਂ ਦੇ ਉੱਤੇ, ਕਿਉਂਕਿ ਹੱਥਾਂ ਦੇ ਵਿੱਚ ਹੀ ਮੈਰੀਡੀਆਂ ਲੰਘ ਕੇ ਜਾਂਦੀਆਂ ਨੇ। ਕਿਉਂਕਿ ਹੱਥ ਨੂੰ ਸਹਿਯੋਗ ਥੈਰੇਪੀ ਦੇ ਦੁਆਰਾ ਹੱਥ ਨੂੰ ਇਹ ਦੱਸਿਆ ਗਿਆ ਵੀ ਇਹ ਸਾਡੇ ਸਰੀਰ ਦਾ ਹਿੱਸਾ ਹੈ। ਜਿਹੜਾ ਸਾਡਾ ਸਰੀਰ ਹੈ ਉਹ ਸਾਡਾ ਸਾਰਾ ਸਰੀਰ ਸਾਡੇ ਹੱਥ 'ਚ ਹੀ ਦਿੱਤਾ ਹੋਇਆ। ਇਸ ਕਰਕੇ ਹੱਥ ਨੂੰ ਅਸੀਂ ਕੋਰਸਨਸ ਮੰਨ ਕੇ ਉਹਦੇ 'ਤੇ ਹੀ ਪੁਆਇੰਟ ਦਿੰਦੇ ਹਾਂ। ਇਹ ਜਿਵੇਂ ਮਜਾਇਲ ਕੰਮ ਕਰਦੀ ਹੈ, ਉਸੇ ਤਰ੍ਹਾਂ ਹੀ ਸੂਖਸ਼ਮ ਪੁਆਇੰਟ ਹੋ ਗਏ, ਸੂਖਸ਼ਮ ਪੁਆਇੰਟ ਜ਼ਿਆਦਾ ਕੰਮ ਕਰਦੇ ਨੇ। ਜੀ ਜੀ। ਅਤੇ ਇਹ ਜਿਹੜੀ ਬਿੰਦੀਆਂ ਨੇ, ਜਿਹੜੇ ਤੁਸੀਂ ਬਿੰਦੀਆਂ ਦੀ ਗੱਲ ਕੀਤੀ ਹੈ, ਇਹ ਜਿਹੜੇ ਮੈਗਨੇਟ ਦੇ ਉੱਤੇ ਜਿਹੜੇ ਰੰਗ ਲੱਗੇ ਹੁੰਦੇ ਨੇ, ਉਹ ਸੇਮ ਚੀਜ਼ ਹੁੰਦੀ ਹੈ ਜੀ? ਇਹ ਇੱਕ ਚੀਜ਼ ਲਾਉਣੀ ਹੈ, ਜਾਂ ਕਲਰ ਥੈਰੇਪੀ ਕਰੋ, ਜਾਂ ਫਿਰ ਮੈਗਨੇਟ ਲਾਓ, ਜਾਂ ਸੀਡ ਲਾਓ। ਤਿੰਨਾਂ ਥੈਰੇਪੀਆਂ ਦੇ ਦੁਆਰਾ ਹੀ ਇਲਾਜ ਕਰਿਆ ਜਾਂਦਾ। ਹੁਣ ਜਿਵੇਂ ਕਈ ਵਾਰੀ ਸਾਡੇ ਕੋਲ ਮਰੀਜ਼ ਆਉਂਦਾ ਜੀ, ਇਹਨੂੰ ਉਛਾਲੀਆਂ ਲੱਗ ਜਾਂਦੀਆਂ ਨੇ ਜਦੋਂ ਵੀ ਇਹ ਗੱਡੀ 'ਚ ਟਰੈਵਲ ਕਰਦਾ, ਤਾਂ ਤੁਸੀਂ ਉਹਦੇ ਇੱਕ ਪੁਆਇੰਟ ਹੁੰਦਾ, ਇਹ ਵੱਡੀ ਉਂਗਲੀ ਹੈ, ਵੱਡੀ ਉਂਗਲੀ ਦੇ ਇਹ ਜਿਹੜਾ ਵਿਚਕਾਰ ਵਾਲਾ ਜੋੜ ਹੈ, ਇਹਦੇ ਬਿਲਕੁਲ ਥੋੜ੍ਹਾ ਜਿਹਾ ਨੀਚੇ ਇੱਥੇ ਇੱਕ ਪੁਆਇੰਟ ਬਣਦਾ, ਉਹਦੇ ਤੋਂ ਤੁਸੀਂ ਮੇਥੀ ਦਾਣਾ ਲਾ ਦਿਓ। ਨਹੀਂ ਕੁਛ ਵੀ ਹੈਗਾ ਤਾਂ ਉਹਨੂੰ ਬੈਠੇ ਬੈਠੇ ਦਬਾਈ ਚਲੋ, ਗੱਡੀ 'ਚ ਬੈਠੇ ਬੈਠੇ ਤਾਂ ਦਬਾਈ ਚਲੋ, ਉਛਾਲੀ ਨਹੀਂ ਆਊਗੀ ਜਿੱਥੋਂ ਤੱਕ ਮਰਜ਼ੀ ਸਫ਼ਰ ਕਰਿਆ ਹੋਵੇ। ਸਿੰਗਲ ਪੁਆਇੰਟ, ਇਸੇ ਨੂੰ ਅਸੀਂ ਸਿੰਗਲ ਪੁਆਇੰਟ ਬੋਲਦੇ ਹਾਂ। ਇਹ ਸਿੰਗਲ ਪੁਆਇੰਟ ਦੀ ਸਾਡੇ ਕੋਲ ਬੁੱਕ ਹੈ। ਇਹ ਸਿੰਗਲ ਪੁਆਇੰਟ ਦੇ ਵਿੱਚ 445 ਰੋਗਾਂ ਦਾ ਇਲਾਜ ਹੈ। ਹੁਣ ਕਈ ਲੋਕ ਕੀ ਨੇ, ਅੱਡੀ ਉੱਚੀ ਚੱਕ ਕੇ ਤੁਰਦੇ ਨੇ, ਉਹਦੇ ਹਿਸਟਰੀ 43 ਪੁਆਇੰਟ ਇਹਦੇ ਵਿੱਚ ਦਿੱਤਾ ਹੋਇਆ। ਉਹ ਤੁਸੀਂ ਪੁਆਇੰਟ ਲਾਓ, ਪੁਆਇੰਟ ਲਾਉਂਦਿਆਂ ਸਾਰ ਉਹ ਅੱਡੀ ਭੁੰਜੇ ਲਾ ਕੇ ਤੁਰਨ ਲੱਗ ਪਊਗਾ। ਇਸੇ ਦੇ ਅੰਦਰ ਦਿੱਤਾ ਹੋਇਆ ਕਿ ਜੇ ਬੰਦੇ ਨੂੰ ਯਾਦ ਨਹੀਂ ਰਹਿੰਦਾ ਹੈ, ਯਾਦ ਸ਼ਕਤੀ ਦੇ ਪੁਆਇੰਟ ਦਿੱਤੇ ਹੋਏ ਨੇ। ਬੰਦੇ ਨੂੰ ਯਾਦ ਹੋ ਗਿਆ, ਗਾਹਾਂ ਜਾ ਕੇ ਪੇਪਰ 'ਚ ਭੁੱਲ ਗਿਆ, ਉਹਦੇ ਪੁਆਇੰਟ ਦਿੱਤੇ ਹੋਏ ਨੇ, ਬਕਾਇਦਾ ਉਹ ਪੁਆਇੰਟ ਦਿੱਤੇ ਹੋਏ ਨੇ। ਉਹ ਪੁਆਇੰਟ ਲਾ ਕੇ ਬੱਚਾ ਪੇਪਰ ਕਰਨ ਜਾਊਗਾ ਤਾਂ ਉਹ ਪੇਪਰ 'ਚ ਸਾਰਾ ਕੁਝ ਲਿਖ ਕੇ ਆਊਗਾ, ਜੋ ਕੁਛ ਉਹਦਾ ਪੇਪਰ 'ਚ ਯਾਦ ਕੀਤਾ ਹੋਇਆ ਆ ਗਿਆ। ਅੱਛਾ, ਮੈਨੂੰ ਇਹ ਦੱਸੋ, ਤੁਸੀਂ ਇਹ ਸਾਰੀਆਂ ਚੀਜ਼ਾਂ ਦੱਸੀਆਂ ਵੀ ਇੱਥੇ ਆਪਾਂ ਮੈਗਨੇਟ ਲਾ ਦੇ, ਇੱਥੇ ਆਪਾਂ ਮੇਥੀ ਦਾਣਾ ਲਾਤਾ, ਇੱਥੇ ਆਪਾਂ ਸੀਡ ਲਾਤਾ, ਸੀਡ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਅੱਗੇ। ਪਰ ਇਹ ਜਿਹੜੀ ਚੀਜ਼ ਹੈ, ਇਹ ਕੰਮ ਕਿਵੇਂ ਕਰਦੀ ਹੈ? ਹੁਣ ਇਹ ਮੈਨੂੰ ਲੱਗਦਾ ਦਰਸ਼ਕਾਂ ਦੇ ਦਿਮਾਗ ਦੇ ਵਿੱਚ ਇਹ ਸੋਚ ਕੇ ਸਵਾਲ ਆ ਰਿਹਾ ਹੋਣਾ ਵੀ ਇਹ ਕੰਮ ਕਿਵੇਂ ਕਰਦੀ ਹੈ? ਉੱਤੇ ਲਾਤਾ, ਉੱਤੇ ਲਾਉਣ ਨਾਲ ਜਿਹੜਾ ਉਹ ਕੀ ਫਰਕ ਪੈ ਗਿਆ ਸਰੀਰ ਨੂੰ, ਕਿੱਦਾਂ ਫਰਕ ਪੈ ਗਿਆ? ਜਦ ਤੱਕ ਆਪਾਂ ਇਹ ਨਹੀਂ ਸਮਝਾਵਾਂਗੇ ਜਨਤਾ ਨੂੰ, ਦਰਸ਼ਕਾਂ ਨੂੰ, ਕਿ ਇਹ ਕੰਮ ਕਿਸ ਤਰ੍ਹਾਂ ਕਰਦਾ ਹੈ ਸਰੀਰ ਦੇ ਅੰਦਰ, ਕਿੱਥੋਂ ਜਾ ਕੇ ਕਿੱਥੇ ਅਸਰ ਪੈਂਦਾ, ਉਦੋਂ ਤੱਕ ਮੈਨੂੰ ਲੱਗਦਾ ਗੱਲ ਕਲੀਅਰ ਨਹੀਂ ਹੋ ਪਾਣੀ। ਆਪਣੇ ਸਰੀਰ 'ਚ ਨਾੜੀਆਂ ਜਾਂਦੀਆਂ ਨੇ ਜੀ, ਜਿਹੜੀਆਂ ਨਾੜੀਆਂ ਜਾਂਦੀਆਂ ਨੇ, ਨਾੜੀਆਂ ਦਾ ਹਰ ਇੱਕ ਜਿਹੜਾ ਔਰਗਨ ਆਪਣੇ ਸਰੀਰ 'ਚ 12 ਔਰਗਨ ਨੇ, 12 ਔਰਗਨਾਂ ਦਾ ਆਪਣਾ ਪ੍ਰਭਾਵ ਪੱਥ ਹੈ ਹਰ ਇੱਕ ਦਾ। ਉਸ ਦੇ ਉੱਤੇ 5-5 ਬਿੰਦੂ ਤਾਂ ਇਹੀ ਹੈਗੇ ਨੇ ਜਿਹੜੇ ਤੁਹਾਡੇ ਸਰੀਰ ਦੇ ਅੰਦਰ ਆਪਣਾ ਆਮ ਤੌਰ ਦੇ ਉੱਤੇ ਆਪਾਂ ਵਰਤਦੇ ਹਾਂ। ਅਗਨੀ, ਹਵਾ, ਪਾਣੀ, ਇਹ ਸਾਰੇ 5 ਦੇ 5। ਇਹ 5 ਤੱਤ ਨੇ ਜਿਹੜੇ, ਇਹ 5 ਤੱਤਾਂ ਦਾ ਅਨਬੈਲੈਂਸ ਹੈ ਜਿਹੜਾ, ਉਹ ਸਾਡੇ ਸਰੀਰ ਦੇ ਉੱਤੇ ਮੈਰੀਡੀਅਨਾਂ ਦੇ ਰੂਪ 'ਚ ਹੈ। ਉਹ ਸਾਨੂੰ ਪਤਾ ਵੀ ਮੈਰੀਡੀਅਨਾਂ ਕਿੱਥੇ ਦੀ ਲੰਘ ਕੇ ਜਾਂਦੀਆਂ ਨੇ, ਉਹਨਾਂ ਦਾ ਅਸੀਂ ਉਹ ਪੁਆਇੰਟ ਹੈ ਜਿਹੜਾ, ਉਹ ਪੁਆਇੰਟ ਨੂੰ ਅਸੀਂ ਉਹ ਪ੍ਰੈਸ ਕਰਦੇ ਹਾਂ। ਪ੍ਰੈਸ ਕਰਨ ਦੇ ਨਾਲ ਉੱਥੋਂ ਜਿਹੜੀ ਐਨਰਜੀ ਹੈ ਉਹ ਡਿਸਟਰੀਬਿਊਟ ਹੋ ਕੇ ਜਿਸ ਜਗ੍ਹਾ 'ਤੇ ਐਨਰਜੀ ਘਟੀ ਹੋਈ ਹੈ ਉੱਥੇ ਚਲ ਜਾਂਦੀ ਹੈ, ਅਤੇ ਜਿੱਥੇ ਘਟੀ ਹੋਈ ਹੈ ਐਨਰਜੀ ਉੱਥੋਂ ਉਹ ਦੂਜੀ ਜਗ੍ਹਾ ਟਰਾਂਸਫਰ ਹੋ ਜਾਂਦੀ ਹੈ। ਇਹ ਸਾਰਾ ਆਪਣਾ ਸਰੀਰ ਹੈ ਜਿਹੜਾ ਐਨਰਜੀ ਦੇ ਉੱਤੇ ਬੇਸਡ ਹੈ। ਐਨਰਜੀ ਨੂੰ ਹੀ ਅਸੀਂ ਕੰਟਰੋਲ ਕਰਦੇ ਹਾਂ। ਪਰ ਡਾਕਟਰ ਸਾਹਿਬ, ਇੱਕ ਗੱਲ ਮੈਨੂੰ ਦੱਸੋ ਕਿ ਇੱਕ ਬੰਦੇ ਦੀ ਨਾੜੀ ਦੇ ਅੰਦਰ ਬਲੋਕੇਜ ਆਈ ਹੋਈ ਹੈ, ਉਹ ਹਾਰਟ ਅਟੈਕ ਜਿਸ ਦਾ ਕਾਰਨ ਬਣਦਾ ਅੱਗੇ ਚੱਲ ਕੇ,
ਤੇ ਉੱਥੇ ਆਪਾਂ ਤੁਸੀਂ ਕਹਿੰਦੇ ਹੋ ਵੀ ਇਹਦੇ ਤੇ ਆਪਾਂ ਉਹ ਲਾ ਦਿੰਦੇ ਆ ਤੇ ਉੱਥੇ એનર્ਜੀ ਚਲੀ ਜਾਊਗੀ, ਫਿਰ ਬਲੋਕੇਜ ਕਿਵੇਂ ਖੁੱਲ ਜੂਗੀ? ਹਾਂ, ਇਹ ਤੁਹਾਡਾ ਬਹੁਤ ਅੱਛਾ ਸਵਾਲ ਹੈ। ਜਿਹੜੇ ਆਪਣੀਆਂ ਨਾੜੀਆਂ ਨੇ, ਕਿਉਂਕਿ ਨਾੜੀਆਂ ਦੇ ਅੰਦਰ ਜਦ ਹੁਣ ਜਿਵੇਂ ਆਪਾਂ ਕਹਿੰਦੇ ਹਾਂ ਵੀ ਬੰਦੇ ਦੇ ਕਲੌਟ ਪੈ ਗਿਆ, ਦਿਮਾਗ 'ਚ ਕਲੌਟ ਪੈ ਗਿਆ, ਕਿ ਦਿਮਾਗ 'ਚ ਕਲੌਟ ਕਿਉਂ ਆਉਂਦਾ? ਕਿਉਂਕਿ ਜਦੋਂ ਆਪਣੇ ਸਰੀਰ ਦੇ ਵਿੱਚ ਵਿੰਡ ਫਸ ਜਾਂਦੀ ਹੈ ਤਾਂ ਵਿੰਡ ਫਸਣ ਤੋਂ ਪਹਿਲਾਂ ਸਾਨੂੰ ਇਹ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਵੀ ਮੇਰਾ ਕਿਹੜੇ ਪਾਸੇ ਮਤਲਬ, ਜਾਂ ਤਾਂ ਉਹ ਜੀਭ ਕਢਾ ਕੇ ਦੇਖੋ, ਉਹਦੀ ਜੀਭ ਕਢਾ ਕੇ ਦੇਖੋਗੇ ਤਾਂ ਉਹਦੀ ਜੀਭ ਕੰਬਦੀ ਹੋਊਗੀ। ਜੀਭ ਕੰਬਦੀ ਹੈ, ਜਿਹੜੇ ਪਾਸੇ ਨੂੰ ਕਨਵਰਟ ਕਰ ਗਈ ਤਾਂ ਇਹ ਸਮਝੋ ਵੀ ਉਹਨੂੰ ਲਕਵਾ ਹੋ ਜਾਣਾ ਹੈ। ਅਤੇ ਉਹ ਲਕਵੇ ਦਾ ਮਤਲਬ ਹੁੰਦਾ ਵੀ ਉਹਨੇ ਫਿਰ ਅਟੈਕ ਮਾਰਨਾ। ਜੇ ਤਾਂ ਹਲਕਾ ਅਟੈਕ ਮਾਰਿਆ ਫਿਰ ਤਾਂ ਨਾੜੀ ਨਹੀਂ ਫਟਦੀ ਹੈ, ਕਈਆਂ ਦੀ ਨਾੜੀ ਉਹ ਫਟ ਜਾਂਦੀ ਹੈ ਅਤੇ ਦਿਮਾਗ 'ਚ ਕਲੌਟ ਪੈਦਾ ਹੋ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਅਗਰ ਉਹ ਵੇਲੇ ਸਿਰ ਪਤਾ ਤਾਂ ਪਹਿਲਾਂ ਲੱਗਣਾ ਸ਼ੁਰੂ ਹੋ ਜਾਂਦਾ ਬੰਦੇ ਨੂੰ। ਅੱਛਾ, ਤੁਸੀਂ ਇਹ ਕਹਿ ਰਹੇ ਹੋ ਕਿ ਜੇਕਰ ਕਿਸੇ ਬੰਦੇ ਨੂੰ ਹਾਰਟ ਅਟੈਕ ਹੋਣ ਵਾਲਾ, ਲਕਵਾ ਹੋਣ ਵਾਲਾ, ਤਾਂ ਉਹ ਪਹਿਲਾਂ ਪਤਾ ਲੱਗ ਸਕਦਾ ਹੈ? ਬਿਲਕੁਲ ਪਤਾ। ਕਿਸ ਤਰ੍ਹਾਂ ਮੈਨੂੰ ਇਹ ਸਮਝਾਓ ਜਰਾ। ਮਤਲਬ ਇੱਕ ਬੰਦਾ ਚੰਗਾ ਭਲਾ ਤੁਰਿਆ ਫਿਰਦਾ, ਉਹਨੂੰ ਕੋਈ ਮਰਜ਼ ਨਹੀਂ ਲੱਗ ਰਿਹਾ, ਬਿਲਕੁਲ ਠੀਕ ਠਾਕ ਖਾ ਪੀ ਰਿਹਾ, ਕੋਈ ਉਹਨੂੰ ਬਿਮਾਰੀ ਨਹੀਂ ਹੈਗੀ, ਕੁਛ ਨਹੀਂ ਹੈਗੀ, ਲੇਕਿਨ ਤੁਹਾਡੇ ਕੋਲ ਆਉਂਦਾ, ਤੁਸੀਂ ਉਹਨੂੰ ਦੇਖ ਕੇ ਕਹਿੰਦੇ ਹੋ ਵੀ ਇਹਨੂੰ ਪ੍ਰੋਬਲਮ ਹੈ, ਉਹ ਕਿਸ ਤਰ੍ਹਾਂ? ਉਸ ਦੇ ਅੰਦਰ ਸਾਡੇ ਕੋਲ ਟੰਗ ਡਾਇਗਨੋਸਿਸ ਦੀ ਇੱਕ ਕਿਤਾਬ ਹੈ ਜੀ, ਖੇਮਕਾ ਸਰ ਨੇ ਲਿਖੀ ਹੋਈ ਹੈ। ਉਸ ਦੇ ਅੰਦਰ ਬੜਾ ਕਲੀਅਰ ਦਿੱਤਾ ਹੋਇਆ ਵੀ ਕਿਹੜੀ ਚੀਜ਼ ਜੇ ਥੋੜੀ ਜੀਭ ਬਾਹਰ ਕੱਢਦੇ ਹੋ, ਜੀਭ ਬਾਹਰ ਕੱਢ ਕੇ ਜੇ ਉਹ ਇੱਦਾਂ ਹਿਲਦੀ ਹੈ ਤਾਂ ਇਹਦਾ ਮਤਲਬ ਲਕਵੇ ਦਾ ਅਟੈਕ ਕਦੇ ਵੀ ਹੋ ਸਕਦਾ ਹੈ। ਅੱਛਾ, ਹਾਂ। ਅਤੇ ਅਗਰ ਉਹ ਸਮੇਂ ਸਿਰ ਉਹਦੇ ਪੁਆਇੰਟ ਲਾ ਦਿੱਤੇ ਜਾਣ ਤਾਂ ਉਹਨੂੰ ਲਕਵੇ ਦਾ ਅਟੈਕ ਨਹੀਂ ਹੋਊਗਾ। ਠੀਕ। ਜਿਹਨੂੰ ਹੋ ਗਿਆ, ਮੇਰੇ ਕੋਲ ਇੱਕ ਕੇਸ ਚੱਲਦਾ ਇਸ ਵੇਲੇ ਜੋੜੀਆਂ ਭੱਠੀਆਂ ਤੋਂ, ਉਹਦੇ ਮੈਂ ਘਰ ਜਾ ਕੇ ਟ੍ਰੀਟਮੈਂਟ ਦੇ ਰਿਹਾ। ਬਹੁਤ ਗਰੀਬ ਪਰਿਵਾਰ ਹੈ ਵਿਚਾਰਾ, ਅਤੇ ਉਹਦੀਆਂ 2 ਬੇਟੀਆਂ ਨੇ। ਉਹ 1 ਮਹੀਨਾ ਲਗਭਗ ਉਹਨੂੰ ਹੋ ਚੱਲਿਆ। 1 ਮਹੀਨੇ ਦੇ ਵਿੱਚ ਉਹ ਆਪਣੇ ਬਾਥਰੂਮ ਬਿਲਕੁਲ ਤੁਰ ਕੇ ਸਫੀਸ਼ੀਐਂਟ ਤਰੀਕੇ ਨਾਲ ਜਾਣ ਲੱਗ ਗਿਆ ਔਰ 50% ਰਿਕਵਰੀ ਹੋ ਗਈ। ਖੱਬੇ 1 ਮਹੀਨੇ 'ਚ 50% ਰਿਕਵਰੀ ਹੋ ਗਈ। ਪਟਿਆਲੇ ਦਾ ਕੇਸ ਹੈ, ਕੋਈ ਬਾਹਰ ਦਾ ਕੇਸ ਨਹੀਂ ਹੈ। ਜਿਹੜੇ ਸੰਸਾਰ 'ਚ ਠੀਕ ਹੋਣ ਤਾਂ ਵੱਖਰੀ ਗੱਲ ਹੈ, ਇਹ ਤਾਂ ਪਟਿਆਲੇ ਦਾ ਕੇਸ ਹੈ ਅਤੇ ਉਹ ਮਤਲਬ ਬਿਲਕੁਲ ਠੀਕ ਹੋਣਾ ਸ਼ੁਰੂ ਹੋ ਗਿਆ। ਪਰ ਡਾਕਟਰ ਸਾਹਿਬ ਇੱਕ ਗੱਲ ਤੁਹਾਨੂੰ ਦੱਸਾਂ ਕਿ ਜਿਹੜੇ ਐਲੋਪੈਥੀ ਵਾਲੇ ਡਾਕਟਰ ਨੇ ਉਹ ਤਾਂ ਤੁਹਾਨੂੰ ਚੈਲੰਜ ਕਰ ਦੇਣਗੇ ਵੀ ਹੋ ਨਹੀਂ ਸਕਦਾ ਇਹ। ਨਹੀਂ, ਮੈਂ ਆਪਣੇ ਕੋਲ ਤਾਂ ਮਰੀਜ਼ ਹੈਗਾ, ਉਹ ਸਾਰੇ ਹਸਪਤਾਲਾਂ 'ਚ ਜਾਇਆ, ਆਪਾਂ ਉਹਨੂੰ ਮਿਲਾ ਸਕਦੇ ਹਾਂ, ਕਦੇ ਵੀ ਮਿਲ ਲੈਣ। ਆਪਣੇ ਲਈ ਕੋਈ ਪ੍ਰੋਬਲਮ ਨਹੀਂ ਹੈ। ਮੈਂ ਪਿੱਤੇ ਦੀ ਪੱਥਰੀ ਕੱਢੀ ਹੈ, ਪਿੱਤੇ ਦੀ ਪੱਥਰੀ ਵਾਲਾ ਆਪਣੇ ਕੋਲ ਬੰਦਾ ਹੈਗਾ। ਆਪਾਂ ਕੋਈ ਵੀ ਚੀਜ਼ ਹੈ ਜਿਹੜੀ ਬਿਨਾਂ ਮਤਲਬ ਤੱਥਾਂ ਤੋਂ ਨਹੀਂ ਕਰਾਂਗੇ। ਆਪਾਂ ਜੋ ਚੀਜ਼ ਕਰੀ ਆ ਉਸੇ ਦਾ ਉਹ ਕਰਾਂਗੇ, ਜੋ ਸਾਡੇ ਸੰਸਥਾਨ ਨੇ ਕਰੀ ਉਸੇ ਦਾ ਕਰਾਂਗੇ। ਅੱਛਾ, ਇੱਕ ਹੋਰ ਦੱਸੋ। ਹੁਣ ਆਪਾਂ ਇਸ ਵੇਲੇ ਮੈਨੂੰ ਲੱਗਦਾ ਤਕਰੀਬਨ ਜਿਹੜੀ ਆ ਉਹ ਜਨਤਾ ਜ਼ਿਆਦਾਤਰ ਡਿਪਰੈਸ਼ਨ ਦੀ ਸ਼ਿਕਾਰ ਹੈ, ਅਤੇ ਡਿਪਰੈਸ਼ਨ ਜਿਹੜਾ ਉਹ ਇੱਕ ਜਿਹੜਾ ਅੱਗੇ ਚੱਲ ਕੇ ਬਹੁਤ ਵੱਡੀ ਜਿਹੜੀ ਆ ਉਹ ਪ੍ਰੋਬਲਮ ਕ੍ਰੀਏਟ ਕਰਦਾ। ਕਈ ਲੋਕ ਤਾਂ ਆਤਮ ਹੱਤਿਆ ਹੀ ਕਰ ਜਾਂਦੇ ਨੇ। ਤੁਹਾਡੇ ਵਾਲੀ ਪੈਥੀ ਦੇ ਵਿੱਚ ਡਿਪਰੈਸ਼ਨ ਨੂੰ ਕਿਵੇਂ ਠੀਕ ਕੀਤਾ ਜਾਂਦਾ ਹੈ, ਅਤੇ ਉਹ ਤੁਸੀਂ ਜਿਹੜੇ ਪੁਆਇੰਟ ਦੀ ਗੱਲ ਕਰਦੇ ਹੋ ਉਹ ਅਸਰ ਕਿਸ ਢੰਗ ਨਾਲ ਕਰਦਾ ਜਿਹਦੇ ਨਾਲ ਉਹ ਠੀਕ ਹੋ ਜਾਂਦਾ ਬੰਦਾ? ਦੇਖੋ, ਉਹ ਤਾਂ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਜਿਹੜੇ ਪੁਆਇੰਟ ਨੇ ਉਹ ਊਰਜਾ ਨੂੰ ਵਧਾਉਂਦੇ ਤੇ ਘਟਾਉਂਦੇ ਨੇ। ਜਿੱਥੇ ਊਰਜਾ ਵਧੀ ਹੋਈ ਆ ਉੱਥੇ ਅਸੀਂ ਘਟਾ ਦੇਣੀ ਆ, ਜਿੱਥੇ ਊਰਜਾ ਘਟੀ ਹੋਈ ਉੱਥੇ ਅਸੀਂ ਵਧਾ ਦੇਣੀ ਆ। ਉਹ ਪੁਆਇੰਟਾਂ ਨੇ ਆਟੋਮੈਟਿਕਲੀ ਕੰਮ ਕਰਨਾ ਹੀ ਕਰਨਾ। ਜਿਹੜੇ ਡਿਪਰੈਸ਼ਨ 'ਚ ਚਲ ਜਾਂਦੇ ਨੇ, ਡਿਪਰੈਸ਼ਨ ਵਾਲਿਆਂ ਦਾ ਇਸ ਸਭ ਤੋਂ ਵਧੀਆ ਇਲਾਜ ਆ, ਨਹੀਂ ਤਾਂ ਉਹ ਆਪਣੇ ਅੰਗੂਠੇ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਅਤੇ ਇਸ ਜਗ੍ਹਾ ਦੇ ਉੱਤੇ ਕੋਈ ਪੈਨਸਲ ਲੈ ਕੇ ਉਹਨੂੰ ਵੀ ਇੱਦਾਂ ਰਗੜ ਦੇਣ। ਰਗੜਨ ਦੇ ਨਾਲ ਹੀ ਉਹਨਾਂ ਨੂੰ ਰਾਹਤ ਮਿਲਣੀ ਸ਼ੁਰੂ ਹੋ ਜੂਗੀ। ਪੈਨਸਲ ਲੈ ਕੇ ਤਿੱਖਾ ਪਾਸਾ ਜਾਂ ਤਿੱਖਾ ਪਾਸਾ ਨਹੀਂ, ਪੈਨਸਲ ਦਾ ਦੂਜਾ ਜਿਹੜਾ ਆਮ ਪਾਸਾ ਹੁੰਦਾ। ਅੱਛਾ, ਇਸ ਤਰੀਕੇ ਦੇ ਨਾਲ ਇਹ ਇੱਦਾਂ ਰਗੜਨਾ, ਗੋਲ ਰਗੜਨਾ। ਹਾਂ, ਗੋਲ ਘੁਮਾਉਣਾ ਹੀ ਹੈ। ਕੁਛ ਨਹੀਂ, ਜ਼ਿਆਦਾ ਪ੍ਰੈਸ਼ਰ ਨਹੀਂ ਪਾਉਣਾ ਨਾ। ਨਹੀਂ, ਪ੍ਰੈਸ਼ਰ ਪਾ ਲੈਣ ਬਿਨਾਂ ਪ੍ਰੈਸ਼ਰ ਪਾਉਣਗੇ ਕਿਉਂਕਿ ਉਹਨੂੰ ਡਿਪਰੈਸ਼ਨ ਹੈ, ਇਸ ਕਰਕੇ ਪੀੜ ਹੋਊਗੀ। ਜਿੰਨਾ ਕੋ ਸਹਿ ਸਕਦੇ ਉਨੀ ਪੀੜ ਸਹਿਣ ਕਰਨ। ਅੱਛਾ, ਉਹ ਕਿੰਨੀ ਦੇਰ ਕਰਨਾ ਜੀ? 1-2 ਮਿੰਟ ਕਰਨਾ। ਜਦੋਂ ਉਹਨਾਂ ਨੂੰ ਅਟੈਕ ਹੋਵੇ ਉਦੋਂ ਕਰਨਾ ਹੈ? ਜਦੋਂ ਵੀ ਉਹਨਾਂ ਦਾ ਮਨ ਕਰਦਾ ਹੈ ਉਦੋਂ ਹੀ ਕਰ ਲੈਣ। ਜਿਉਂ ਇੱਥੋਂ ਇਹ ਮਤਲਬ ਇੱਥੇ ਦਰਦ ਘਟੀ ਜਾਊਗਾ। ਖੱਬੇ ਹੱਥ ਦੇ, ਸੱਜੇ ਹੱਥ ਦੇ? ਦੋਹਾਂ ਹੱਥਾਂ ਦੇ। ਕਿਉਂਕਿ ਜਿਹੜੇ ਪੁਆਇੰਟ ਨੇ ਉਹ ਬਾਇਲੈਟਰਲ ਨੇ, ਦੋਹਾਂ ਹੱਥਾਂ ਦੇ ਪੁਆਇੰਟ ਨੇ। ਦੋਹਾਂ ਹੱਥਾਂ ਦੇ ਜੇ ਅਸੀਂ ਪੁਆਇੰਟ ਲਾਉਂਦੇ ਆ ਤਾਂ ਜ਼ਿਆਦਾ ਕੰਮ ਕਰਦੇ ਨੇ। ਅੱਛਾ, ਕਿੰਨੀ ਦੇਰ ਦੇ ਵਿੱਚ ਜਿਹੜਾ ਤੁਸੀਂ ਇਹ ਪੈਨਸਲ ਵਾਲੀ ਥੈਰੇਪੀ ਦੱਸੀ ਹੈ, ਕਿੰਨੀ ਦੇਰ ਦੇ ਵਿੱਚ ਅਸਰ ਕਰਕੇ ਤੇ ਉਹਦਾ ਡਿਪਰੈਸ਼ਨ ਬਿਲਕੁਲ ਖਤਮ ਹੋ ਜਾਂਦਾ? ਮੈਗਨੇਟ ਹੈ ਨਹੀਂ ਗੇ, ਕੋਈ ਚੀਜ਼ ਹੋਰ ਹੈ ਨਹੀਂ ਗੀ। ਇਹ ਤਾਂ ਮਤਲਬ ਮੌਕੇ ਤੇ ਫੌਰੀ ਰਾਹਤ ਵਾਲੀ ਚੀਜ਼ ਹੈ। ਇਹ ਤਾਂ ਤੁਸੀਂ ਕਦੇ ਵੀ ਆਪਦੇ ਆਪੇ ਵੀ ਕਰਦੇ ਰਹਿ ਸਕਦੇ ਹੋ। ਮਤਲਬ ਰਾਤ ਨੂੰ ਮੰਨ ਲਓ ਇੱਕ ਬੰਦੇ ਨੂੰ ਰਾਤ ਨੂੰ ਪ੍ਰੋਬਲਮ ਹੈ, ਨੀਂਦ ਨਹੀਂ ਆ ਰਹੀ, ਉਹਨੂੰ ਨੀਂਦਰੇ ਦੀ ਬਿਮਾਰੀ ਆ, ਇਹਦੇ ਨਾਲ ਸਰਵਾਈਕਲ ਵੀ ਠੀਕ ਹੋ ਜਾਊਗਾ। ਇਹਦੇ ਨਾਲ ਤੁਹਾਡਾ ਸਾਰਾ ਨੀਂਦਰੇ ਦੀ ਬਿਮਾਰੀ ਵੀ ਇਹਦੇ ਨਾਲ ਕਾਫੀ ਹੱਦ ਤੱਕ ਠੀਕ ਹੋ ਜਾਂਦੀ ਆ। ਮੇਰੇ ਕੋਲੇ ਇੱਕ ਮਰੀਜ਼ ਆਇਆ ਸੀਗਾ, ਐਲਪ੍ਰੈਕਸ ਦੀਆਂ 12 ਗੋਲੀਆਂ ਖਾਂਦਾ ਸੀ ਰੋਜ਼, ਨੀਂਦ ਨਹੀਂ ਸੀ ਆਉਂਦੀ। ਹਾਂ, ਉਹ ਵੀ ਠੀਕ ਹੋ ਕੇ ਗਿਆ। ਇਹ ਇਸੇ ਥੈਰੇਪੀ ਰਾਹੀਂ। ਮੇਰੇ ਕੋਲ ਕੋਈ ਦਵਾਈ ਨਹੀਂ ਹੈਗੀ।
ਵਿਦਆਊਟ ਮੈਡੀਸਨ ਹੈ ਸਾਡਾ, ਤਾਂ ਅਸੀਂ ਬਿਨਾਂ ਦਵਾਈ ਤੋਂ ਹੀ ਉਹਦਾ ਇਲਾਜ ਕਰਦੇ ਹਾਂ। ਅੱਛਾ, ਮੋਟਾ ਬੰਦਾ, ਹੁਣ ਸਭ ਤੋਂ ਵੱਡੀ ਗੱਲ ਜਿਹੜੀ ਹੈ, ਪੰਜਾਬੀ ਮੈਨੂੰ ਲੱਗਦਾ ਹਰ ਦੂਜਾ ਪੰਜਾਬੀ ਜਿਹੜਾ ਮੋਟਾ ਤੁਰਿਆ ਫਿਰਦਾ, ਤੇ ਖਾਣਾ ਪੀਣਾ ਸਾਡਾ ਠੀਕ ਨਹੀਂ ਹੈਗਾ, ਬੁਰਾ ਹਾਲ ਹੈ, ਤੇ ਮੋਟੇ ਬੰਦੇ ਨੂੰ ਆਪਾਂ ਠੀਕ ਕਿਵੇਂ ਕਰਾਂਗੇ? ਦੇਖੋ ਜੀ, ਖਾਣਾ ਪੀਣਾ ਤਾਂ ਸੁਧਾਰ ਨਹੀਂ ਪਊਗਾ, ਉਹ ਸਾਡੀ ਪੈਥੀ ਦੇ ਅੰਦਰ ਵੀ ਆਉਂਦਾ ਹੈ, ਅਤੇ ਖਾਣਾ ਸੁਧਾਰ ਲਓਗੇ ਪਲੱਸ ਤੁਸੀਂ ਆਪਣੇ ਸਰੀਰ ਦੇ ਉੱਤੇ ਐਕੂਪ੍ਰੈਸ਼ਰ ਦੇ ਪੁਆਇੰਟ ਲੈ ਕੇ ਵੀ ਮੋਟਾਪੇ ਨੂੰ ਘੱਟ ਕਿੱਦਾਂ, ਕਿਹੜੇ ਪੁਆਇੰਟ, ਕਿੱਥੇ? ਉਹ ਵੀ ਇਸੇ ਤਰ੍ਹਾਂ ਦੇ ਪੁਆਇੰਟ ਹੀ ਨੇ। ਉਹ ਜਾਂ ਤਾਂ ਪੜ੍ਹਾਈ ਕੀਤੀ ਜਾਂਦੀ ਹੈ ਜਾਂ ਫਿਰ ਅਸੀਂ ਬਣਾ ਕੇ ਦੇ ਦਿੰਦੇ ਹਾਂ, ਉਹ ਹੱਥਾਂ ਦੇ ਉੱਤੇ ਹੀ ਰੱਖਣੇ ਨੇ। ਉਹ ਵੀ ਕਿੰਨੀ ਦੇਰ ਦੇ ਵਿੱਚ ਮੋਟਾ ਬੰਦਾ ਘਟਣਾ ਸ਼ੁਰੂ ਹੋ ਜਾਂਦਾ ਤੇ ਕਿੰਨੀ ਦੇਰ 'ਚ ਨਾਰਮਲ ਆ ਜਾਂਦਾ? ਲਗਭਗ 1 ਮਹੀਨੇ ਦੇ ਵਿੱਚ 5 ਕਿਲੋ ਤੋਂ ਲੈ ਕੇ 7 ਕਿਲੋ ਤੱਕ weight loss ਹੋ ਜਾਂਦਾ ਹੈ। ਬੜਾ ਵੱਡਾ ਦਾਅਵਾ ਕਰ ਰਹੇ ਹੋ ਤੁਸੀਂ, 5 ਕਿਲੋ ਤੋਂ 7 ਕਿਲੋ ਤੱਕ weight ਜਿਹੜਾ ਉਹ ਘਟਾਉਣ ਦਾ। ਹੋ ਜਾਂਦਾ, ਬਿਲਕੁਲ ਹੋ ਜਾਂਦਾ। ਆਪਾਂ ਮੰਨ ਕੇ ਚੱਲੀਏ 2.5 ਕਿਲੋ ਤਾਂ ਘੱਟ ਹੀ ਜਾਏਗਾ। ਹਾਂ ਬਿਲਕੁਲ ਘਟੂਗਾ, ਕਿਉਂ ਨਹੀਂ ਘਟੂਗਾ। 5 ਕਿਲੋ ਤੱਕ ਤਕਰੀਬਨ ਘਟ ਜਾਂਦਾ ਹੈ। ਸਾਡੇ ਕੋਲ ਜਿੰਨੇ ਮਰੀਜ਼ ਆਏ ਨੇ ਇਸ ਤਰ੍ਹਾਂ ਦੇ, ਉਹ ਉਹਨਾਂ ਦਾ 5 ਕਿਲੋ ਤੱਕ ਵਜਨ ਆਟੋਮੈਟਿਕਲੀ ਘਟਿਆ ਹੈ। ਉਹਨਾਂ ਨੂੰ ਖਾਣਾ ਪੀਣਾ ਵੀ ਦੱਸਦੇ ਹੋ ਵੀ ਆਹ ਖਾਣਾ, ਆਹ ਨਹੀਂ ਖਾਣਾ? ਫਿਰ ਖਾਣਾ ਪੀਣਾ ਮਸਟ। ਅਸੀਂ ਕਹਿੰਦੇ ਹਾਂ ਖਾਣੇ ਤੋਂ ਬਾਅਦ ਦੇ ਵਿੱਚ 1.5 ਘੰਟੇ ਬਾਅਦ ਪਾਣੀ ਪੀਣਾ। ਪਰ ਉਹ ਤਾਂ ਯਾਦ ਹੀ ਨਹੀਂ ਰਹਿੰਦਾ, ਪਾਣੀ ਪੀਣਾ ਹੀ ਨਹੀਂ ਯਾਦ ਰਹਿੰਦਾ। ਨਹੀਂ, ਪਾਣੀ ਜਦ ਅਸੀਂ ਪਾਣੀ ਨਹੀਂ ਪੀਂਦੇ ਹਾਂ, ਇਹ ਵੀ ਇੱਕ ਕਾਰਨ ਬਣਦਾ, ਕਿਉਂਕਿ ਠੋਸ ਆਹਾਰ ਲਈ ਜਾਂਦੇ ਅਸੀਂ। ਤਰਲ ਸਾਡੇ ਅੰਦਰ 70% ਹੈ, ਸਾਨੂੰ ਤਰਲ ਲੈਣਾ ਹੀ ਪਊਗਾ। ਅਗਰ ਤਰਲ ਨਹੀਂ ਲਾਂਗੇ ਤਾਂ ਸਾਡਾ ਸਰੀਰ ਹੈ ਜਿਹੜਾ ਉਹ ਸਵੱਛ ਕੰਮ ਨਹੀਂ ਕਰੂਗਾ। ਇਸ ਕਰਕੇ ਤਰਲ ਲੈਣਾ ਬਹੁਤ ਜ਼ਰੂਰੀ ਹੈ। ਪਾਣੀ ਦਾ ਘੱਟੋ ਘੱਟ 8 ਗਿਲਾਸ ਤਾਂ ਇੱਕ ਦਿਨ 'ਚ, ਸਾਰੇ ਦਿਨ 'ਚ ਜ਼ਰੂਰ ਪੀਣੇ ਚਾਹੀਦੇ ਨੇ। ਅੱਛਾ, ਹੁਣ ਕੁੱਲ ਮਿਲਾ ਕੇ ਦੱਸੋ ਵੀ ਤੁਹਾਡੇ ਨਾਲ ਗੱਲਬਾਤ ਮੈਨੂੰ ਲੱਗੀ ਹੈ ਕਿ ਦਰਸ਼ਕਾਂ ਨੂੰ ਪਸੰਦ ਵੀ ਆਈ ਹੋਣਗੀ। ਕੋਈ ਚੀਜ਼ ਐਸੀ ਦੱਸਣੀ ਚਾਹੋਗੇ ਜਿਹੜਾ ਕਿ ਜਿਵੇਂ ਆਪਾਂ ਗੁਰਬਾਣੀ ਵੀ ਕਹਿੰਦੀ ਕਿ ਸਰਬ ਰੋਗ ਕਾ ਔਖਦ ਨਾਮ, ਤੇ ਇਸੇ ਤਰ੍ਹਾਂ ਕਿ ਆਪਾਂ ਸਾਰਿਆਂ ਰੋਗਾਂ ਦੇ ਵਿੱਚ ਕੁਝ ਅਜਿਹਾ ਤੁਹਾਡੀ ਇੱਕ ਹੈਗਾ ਜਿਹੜਾ ਕਾਮਨ ਹੈਗਾ, ਤੇ ਉਹਦੇ ਵਿੱਚ ਜਿਹੜਾ ਉਹ ਸਾਰਿਆਂ ਦੇ ਉੱਤੇ ਹੀ ਕੰਮ ਕਰਦੀ ਹੋਵੇ ਉਹ ਚੀਜ਼ ਜਿਹੜੀ? ਦੇਖੋ ਜੀ, ਇਹਦੇ 'ਚ ਮੈਂ ਤਾਂ ਸੁਜੈਸਟ ਇਹ ਕਰੂੰਗਾ, ਸਾਡੇ ਕੋਲ ਇੱਕ ਬੁੱਕ ਹੈ ਖੇਮਕਾ ਸਰ ਦੀ, ਸਿੰਗਲ ਪੁਆਇੰਟ ਹੈ, 445 ਰੋਗਾਂ ਦਾ ਇਲਾਜ ਹੈ ਇਹਦੇ 'ਚ। ਜੀ ਜੀ, ਹੱਥ ਛਪਿਆ ਹੋਇਆ, ਪੁਆਇੰਟ ਦੱਸਿਆ ਹੈ ਵੀ ਕਿੱਥੇ ਹੈ। ਉਸ ਪੁਆਇੰਟ ਦੇ ਉੱਤੇ ਤੁਸੀਂ ਘਰ ਬੈਠੇ, ਮੈਗਨੇਟ ਹੈ ਨਹੀਂਗਾ, ਆਪ ਹੱਥ ਨਾਲ ਦਬਾ ਲਓ, ਉੱਥੇ ਮੇਥੀ ਦਾ ਦਾਣਾ ਲਾ ਦਿਓ, ਮੂੰਗੀ ਦਾ ਦਾਣਾ ਲਾ ਦਿਓ। ਇਹਦੇ ਨਾਲ ਹੀ ਉਹ ਰੋਗ ਨੇ ਜਿਹੜੇ ਤਕਰੀਬਨ 445 ਰੋਗਾਂ ਦਾ ਇਲਾਜ ਇਹਦੇ ਨਾਲ ਹੀ ਠੀਕ ਹੋ ਜਾਂਦਾ ਹੈ। ਇੱਥੇ ਇਹ ਅਵੇਲੇਬਲ ਹੈ। ਮੈਂ ਇਸ ਜਗ੍ਹਾ ਦੇ ਉੱਤੇ ਬਹਿਣਾ ਰੋਜ਼, NP ਹੈਲਥ ਕੇਅਰ ਨੈਚੁਰੋਪੈਥੀ ਸੈਂਟਰ ਦੇ ਉੱਤੇ, ਇੱਥੋਂ ਆ ਕੇ ਤੁਸੀਂ ਲੈ ਸਕਦੇ ਹੋ। ਅਸੀਂ ਇਸ ਪੈਥੀ ਦਾ ਅਸੀਂ ਪੜ੍ਹਾਈ ਵੀ ਕਰਾਉਂਦੇ ਹਾਂ। ਪੜ੍ਹਾਈ ਹੈ ਜਿਹੜੀ ਉਹ 2 ਤਰ੍ਹਾਂ ਦੀ ਹੈ। ਇੱਕ ਤਾਂ ਮੁੱਢਲੀ ਸਿੱਖਿਆ ਹੈ, ਉਹ ਲੈ ਕੇ ਤੁਸੀਂ ਆਪਣਾ ਇਲਾਜ ਕਰ ਸਕਦੇ ਹੋ ਆਪਦੇ ਘਰੇ। ਇੱਕ ਹੈਗੀ ਹੈ ਸਾਡੇ ਜਿੱਦਾਂ ਕੋਰਸ, ਕਾਲਜਾਂ ਦੇ ਕੋਰਸ ਹੁੰਦੇ ਨੇ, ਉਸ ਤਰ੍ਹਾਂ ਦੇ ਕੋਰਸ ਨੇ। ਉਹ ਡਿਪਲੋਮਾ ਵੀ ਹੈਗਾ, ਅਤੇ ਮੁੱਢਲਾ ਕੋਰਸ 6 ਮਹੀਨੇ ਦਾ, ਫਿਰ 1 ਸਾਲ ਦਾ, ਫਿਰ 2 ਸਾਲ ਦਾ, ਅਤੇ ਫਿਰ 3 ਸਾਲ ਦੀ ਡਿਗਰੀ ਵੀ ਹੈਗੀ ਆ। ਅੱਛਾ ਡਾਕਟਰ ਸਾਹਿਬ, ਤੁਸੀਂ ਦੱਸਿਆ ਵੀ ਬਿੰਦੀਆਂ ਲਾ ਕੇ ਉਹਦੇ ਨਾਲ ਸੈੱਟ ਕਰ ਦਿੰਦਾ, ਤੁਹਾਨੂੰ ਬਿੰਦੀਆਂ ਵਾਲਾ ਡਾਕਟਰ ਵੀ ਕਿਹਾ ਜਾ ਸਕਦਾ? ਨਹੀਂ, ਬਿੰਦੀਆਂ ਨਹੀਂ, ਆਪਾਂ ਇਹਨੂੰ ਮਾਈਗਰੇਟ ਥੈਰੇਪੀ ਆਮ ਤੌਰ 'ਤੇ ਕਹਿੰਦੇ ਨੇ। ਮਰਮਦਾਬ, ਬਿੰਦੀਆਂ ਨੇ ਵੀ ਦੱਸਿਆ ਨਾ, ਬਿੰਦੀਆਂ ਲਗਾ ਕੇ ਤੁਹਾਨੂੰ ਬਿੰਦੀਆਂ ਵਾਲਾ ਡਾਕਟਰ ਵੀ ਕਿਹਾ ਜਾ ਸਕਦਾ ਫਿਰ ਤਾਂ? ਨਹੀਂ, ਮਰਮਦਾਬ ਯੋਗ ਚਿਕਿਤਸਾ ਇਹਨੂੰ ਕਹਿੰਦੇ ਨੇ। ਇਹਦਾ ਬੜਾ ਲੰਬੀ ਉਹ ਹੈ, ਕਿਉਂਕਿ ਇੰਨੀ ਕੁ ਇੰਟਰਵਿਊ ਦੇ ਵਿੱਚ ਆਪਾਂ ਸਾਰੀ ਚੀਜ਼ ਨੂੰ ਕੈਲਕੂਲੇਟ ਨਹੀਂ ਕਰ ਸਕਦੇ, ਕਿਉਂਕਿ ਇਹ ਸਾਰਾ ਹੀ ਜਿੰਨਾ ਸਿਸਟਮ ਹੈ, ਇਹ ਸਾਰਾ ਹੀ ਮੈਡੀਕਲ ਲਾਈਨ ਵਾਲਾ ਹੀ ਹੈ। ਇਹ ਮੈਡੀਕਲ ਲਾਈਨ ਦੀ ਤਰ੍ਹਾਂ ਹੀ ਸਰੀਰ ਦੀ ਜਿੰਨੇ ਮਤਲਬ ਵਿਕਾਰ ਬਣਦੇ ਨੇ ਸਰੀਰ ਦੇ ਵਿੱਚ, ਜੋ ਕੁਝ ਉਤਪੰਨ ਹੁੰਦਾ, ਜੋ ਬਿਮਾਰੀਆਂ ਉਤਪੰਨ ਹੁੰਦੀਆਂ ਨੇ, ਜੋ ਪੈਦਾ ਹੋ ਗਈਆਂ, ਸਾਰੇ ਇਹੀ ਗੱਲ ਕਿਹਾ ਕਰਦੇ ਸੀਗੇ ਵੀ ਜਿਹੜੀਆਂ ਪੈਦਾ ਹੋ ਗਈਆਂ ਅਤੇ ਜਿਹੜੀਆਂ ਜੇ ਪੈਦਾ ਨਹੀਂ ਵੀ ਹੋਈਆਂ, ਉਹਨਾਂ ਦਾ ਸਮਾਧਾਨ ਵੀ ਇਸ ਐਕੂਪ੍ਰੈਸ਼ਰ 'ਚ ਛੁਪਿਆ ਹੋਇਆ, ਜਿਹਨੂੰ ਉਹ ਸਾਨੂੰ ਐਨ ਮਤਲਬ ਦਿਖਾ ਕੇ ਦੇ ਕੇ ਗਏ ਨੇ ਕਿਤਾਬਾਂ ਦੇ ਵਿੱਚ। 24 ਕਿਤਾਬਾਂ 'ਚੋਂ ਸਾਨੂੰ ਵਾਈਂਡ ਅਪ ਕਰਕੇ ਦੇ ਕੇ ਗਏ ਨੇ। ਸੋ ਬਲਬੀਰ ਸਿੰਘ ਚਿੰਦੀ ਜੀ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਹੈ। ਤੁਹਾਡਾ ਵੀ ਬਹੁਤ ਧੰਨਵਾਦ ਜੀ, ਤੁਸੀਂ ਦਰਸ਼ਕਾਂ ਤੱਕ ਇਸ ਥੈਰੇਪੀ ਨੂੰ ਪਹੁੰਚਾਉਣ ਦਾ ਉਪਰਾਲਾ ਕੀਤਾ। ਮੈਂ ਬਹੁਤ ਬਹੁਤ ਐਕੂਪ੍ਰੈਸ਼ਰ ਸ਼ੋਧ ਪ੍ਰਸ਼ਿਕਸ਼ਣ ਏਵਮ ਉਪਚਾਰ ਸੰਸਥਾਨ ਇਲਾਹਾਬਾਦ ਵੱਲੋਂ ਤੁਹਾਡਾ ਬਹੁਤ ਰਿਣੀ ਹੈ, ਧੰਨਵਾਦੀ। ਸ਼ੁਕਰੀਆ ਜੀ। ਸੋ ਇਹ ਸਨ ਬਲਬੀਰ ਸਿੰਘ ਚਿੰਦੀ ਜੀ, ਬਿੰਦੀਆਂ ਵਾਲਾ ਡਾਕਟਰ ਮੈਂ ਇਹਨਾਂ ਨੂੰ ਨਾਮ ਦਿੱਤਾ ਅੱਜ, ਕਿ ਇਹ ਬਿੰਦੀਆਂ ਦੇ ਰਾਹੀਂ ਵੀ ਇਲਾਜ ਕਰਦੇ ਨੇ, ਪਲੱਸ ਜਿਹੜਾ ਮੈਗਨੇਟ ਥੈਰੇਪੀ ਦੇ ਨਾਲ ਵੀ ਇਹ ਇਲਾਜ ਕਰਦੇ ਨੇ, ਅਤੇ ਪਲੱਸ ਜਿਹੜਾ ਬੀਜਾਂ ਨਾਲ, ਬੀਜ ਜਿਹੜੇ ਨੇ ਉਹ ਵੀ ਲਗਾ ਕੇ ਆਪਾਂ ਜਿਸ ਤਰ੍ਹਾਂ ਜਿਹੜੇ ਪੁਆਇੰਟ ਦੇ ਉੱਤੇ ਮੈਗਨੇਟ, ਜਿਹੜੇ ਪੁਆਇੰਟ ਦੇ ਉੱਤੇ ਮੇਥੀ ਦਾਣਾ, ਅਤੇ ਜਿਹੜੇ ਉਸੇ ਪੁਆਇੰਟ ਦੇ ਉੱਤੇ ਬੀਜ ਵੀ ਲਗਾ ਕੇ ਜਿਹੜੇ ਆਪਾਂ ਉਹਨਾਂ ਦਾ ਇਲਾਜ ਕੀਤੇ ਜਾ ਸਕਦੇ ਨੇ। ਅਜਿਹੇ ਇਲਾਜ ਦੱਸੇ ਨੇ ਇਹਨਾਂ ਨੇ ਜਿਹੜੇ ਕਿ ਦਵਾਈਆਂ ਖਾਣ ਵਾਲੇ ਬੰਦੇ ਜਿਹੜੇ ਨੇ, ਐਲੋਪੈਥੀ ਦੀਆਂ ਦਵਾਈਆਂ ਖਾਣ ਵਾਲੇ ਬੰਦੇ ਜਿਹੜੇ ਨੇ, ਦਹਾਕਿਆਂ ਤੋਂ ਦਵਾਈਆਂ ਖਾ ਰਹੇ ਸੀਗੇ, ਅਤੇ ਉਹ ਕੁਝ ਦਿਨਾਂ ਦੇ ਵਿੱਚ ਵੀ ਉਹਨਾਂ ਦੀਆਂ ਜਿਹੜੀਆਂ ਦਵਾਈਆਂ ਨਾਲ ਜਿਹੜਾ ਉਹਨਾਂ ਦੇ ਮਰਜ਼ ਠੀਕ ਹੋ ਗਏ,
ਇੱਥੋਂ ਤੱਕ ਕਿ ਲਕਵੇ ਦੇ ਮਰੀਜ਼ ਇਹਨਾਂ ਨੇ ਜਿਹੜੇ ਦੱਸਿਆ ਕਿ ਉਹ ਪਟਿਆਲੇ ਦਾ ਹੀ ਕੇਸ ਹੈ, ਹਾਜ਼ਰ ਹੈ ਬੰਦਾ ਉਹ ਜਿਹੜਾ ਉਹ ਅੱਧਾ ਠੀਕ ਹੋ ਚੁੱਕਿਆ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਮਰੀਜ਼ ਨੇ ਜਿਨ੍ਹਾਂ ਦੇ ਬਾਰੇ ਇਹਨਾਂ ਨੇ ਗੱਲਾਂ ਬਾਤ ਕੀਤੀਆਂ ਨੇ। ਕਿਸ ਤਰੀਕੇ ਨਾਲ ਸਰੀਰ ਨੂੰ ਠੀਕ ਕੀਤਾ ਜਾ ਸਕਦਾ ਹੈ, ਆਪੇ ਘਰ ਬੈਠੇ ਕਿਸ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ, ਸੌਖਾ ਜਿਹਾ ਇਲਾਜ ਆ। 40 ਤੋਂ 80 ਰੁਪਏ ਲੱਗਦੇ ਨੇ ਜਿਹੜੇ ਕਿ ਮੈਗਨੇਟਸ ਜਿਹੜੇ ਆਪਾਂ ਨੇ ਖਰੀਦਣੇ ਨੇ। ਮੈਨੂੰ ਲੱਗਦਾ ਵੀ ਉਸੇ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਇਲਾਜ ਜਿਹੜਾ ਪੂਰਾ ਹੋ ਜਾਂਦਾ। ਉਸ ਤੋਂ ਬਾਅਦ ਜਿਹੜਾ ਦੁਬਾਰਾ ਜੇ ਲੋੜ ਪੈਂਦੀ ਹੈ ਤਾਂ ਉਹ ਕਲਰ ਜਿਹੜੇ ਉਹਨਾਂ ਦੇ ਖਰਾਬ ਹੁੰਦੇ ਨੇ ਅਤੇ ਫਿਰ ਦੁਬਾਰਾ ਲੈਣ ਦੀ ਲੋੜ ਪੈਂਦੀ ਹੈ। ਬਹੁਤ ਵਧੀਆ ਢੰਗ ਦੇ ਨਾਲ ਜਿਹੜਾ ਆਪਣੀ ਜਾਣਕਾਰੀ ਇੱਥੇ ਤੱਕ ਪਹੁੰਚਾਈ। ਕਈ ਚੀਜ਼ਾਂ ਹੈਰਾਨ ਕਰਨ ਵਾਲੀਆਂ ਜਿਹੜੀਆਂ ਨੇ ਉਹ ਅੱਜ ਪਤਾ ਲੱਗੀਆਂ ਨੇ ਅਤੇ ਮੈਨੂੰ ਲੱਗਦਾ ਕਿ ਜੇਕਰ ਤੁਸੀਂ ਇਸ ਪੈਥੀ ਨੂੰ ਅਪਣਾਓਗੇ ਤਾਂ ਤੁਹਾਨੂੰ ਜਿਹੜਾ ਉਹ ਦਵਾਈਆਂ ਤੋਂ ਜਲਦ ਛੁਟਕਾਰਾ ਮਿਲ ਜਾਏਗਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।